ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਤੇ ਮੈਂ ਤੁਹਾਡੀ ਹੋਸਟ ਬਲਜਿੰਦਰ ਕੌਰ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ। ਅਕਸਰ ਮੈਂ ਕਮਿਊਨਿਟੀ 'ਚ ਤੁਹਾਨੂੰ ਲੈ ਕੇ ਜਾਂਦੀ ਹਾਂ। ਪੰਜਾਬੀ ਕਮਿਊਨਿਟੀ ਦੇ ਵਿੱਚ ਕਦੇ ਵੀ ਕਿਤੇ ਵੀ ਸਾਂਝਾ ਟੀਵੀ ਦੀ ਜਿੱਥੇ ਸਾਨੂੰ ਲੱਗਦਾ ਕਿ ਕਮਿਊਨਿਟੀ ਦੇ ਕੰਮਾਂ 'ਚ ਸਾਨੂੰ ਅੱਗੇ ਵਧਣਾ ਚਾਹੀਦਾ, ਅਸੀਂ ਹਮੇਸ਼ਾ ਪਹੁੰਚਦੇ ਹਾਂ। ਇਸੇ ਤਰ੍ਹਾਂ ਜਦੋਂ ਕਮਿਊਨਿਟੀ ਦੇ ਲਈ ਅਸੀਂ ਕਿਸੇ ਗੱਲ ਦੇ ਲਈ ਫਿਕਰਮੰਦ ਹੁੰਦੇ ਹਾਂ ਤੇ ਤਾਂ ਵੀ ਅਸੀਂ ਆਪਣਾ ਫਰਜ਼ ਸਮਝਦੇ ਹੋਏ ਉੱਥੇ ਜ਼ਰੂਰ ਪਹੁੰਚਦੇ ਹਾਂ, ਕਿਉਂਕਿ ਅਵੇਅਰਨੈਸ ਦੇਣੀ ਬਹੁਤ ਜ਼ਰੂਰੀ ਹੁੰਦੀ ਆ। ਕਮਿਊਨਿਟੀ ਦੇ ਵਿੱਚ ਬਹੁਤ ਕੁਝ ਹੁੰਦਾ। ਕਈ ਵਾਰੀ ਅਸੀਂ ਇਹਨਾਂ ਗੱਲਾਂ ਨੂੰ ਅੱਖੋਂ ਪਰੋਖੇ ਕਰ ਦਿੰਦੇ ਹਾਂ ਕਿ ਛੋਟੀ ਜਿਹੀ ਗੱਲ ਆ, ਕੋਈ ਗੱਲ ਨਹੀਂ, ਪਰ ਕਈ ਵਾਰੀ ਇਹ ਛੋਟੀਆਂ ਗੱਲਾਂ ਬਹੁਤ ਵੱਡੀਆਂ ਬਣ ਜਾਂਦੀਆਂ। ਬਜ਼ੁਰਗ ਜਿਹੜੇ ਆ ਸਾਡੇ ਘਰ ਦਾ ਜਿੰਦਾ ਆ ਅਤੇ ਬਜ਼ੁਰਗਾਂ ਦੇ ਨਾਲ ਹੀ ਘਰ ਸੋਹਣੇ ਲੱਗਦੇ ਆ। ਅਤੇ ਅਸੀਂ ਸਾਰੇ ਚਾਹੁੰਦੇ ਹਾਂ ਸਾਡੇ ਮਾਂ-ਬਾਪ, ਸਾਡੇ ਬਜ਼ੁਰਗ ਸਾਡੇ ਨਾਲ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਰਹਿਣ। ਜਦੋਂ ਇਹਨਾਂ ਮੁਲਕਾਂ 'ਚ ਆਉਂਦੇ ਆ, ਅਸੀਂ ਉਹਨਾਂ ਨੂੰ ਆਪਣੇ ਬੱਚਿਆਂ ਵਾਂਗ ਹੀ ਇੱਥੇ ਦੇ ਰੂਲ ਰੈਗੂਲੇਸ਼ਨ, ਇੱਥੇ ਦੀ ਜ਼ਿੰਦਗੀ ਬਾਰੇ ਅਸੀਂ ਦੱਸਦੇ ਹਾਂ ਅਤੇ ਹੌਲੀ-ਹੌਲੀ ਸਿੱਖ ਕੇ ਇੱਥੇ ਦੇ ਹੀ ਹੋ ਜਾਂਦੇ ਨੇ ਅਤੇ ਇੱਥੇ ਵਾਂਗ ਹੀ ਆਪਣੀ ਜ਼ਿੰਦਗੀ ਬਸਰ ਕਰਨ ਲੱਗ ਪੈਂਦੇ ਨੇ। ਪਰ ਬਹੁਤ ਸਾਰੇ ਸਾਡੇ ਪੇਰੈਂਟਸ ਆ, ਸਾਡੇ ਬਜ਼ੁਰਗ ਮਾਪੇ ਆ, ਜਿਹੜੇ ਇਹਨਾਂ ਮੁਲਕਾਂ ਦੇ ਵਿੱਚ ਥੋੜ੍ਹੇ ਸਮੇਂ ਦੇ ਲਈ ਘੁੰਮਣ ਫਿਰਨ ਆਉਂਦੇ ਨੇ, ਕਿਉਂਕਿ ਸਾਡਾ ਪਰਿਵਾਰ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਅਤੇ ਕੈਨੇਡਾ ਦੇ ਵਿੱਚ ਦੋਨੀ ਪਾਸੇ ਸਾਡੇ ਪਰਿਵਾਰ ਰਹਿੰਦੇ ਆ। ਸੋ ਬਹੁਤ ਬਜ਼ੁਰਗ ਆ ਜਿਹੜੇ ਆਪਣੇ ਪਰਿਵਾਰ ਕੋਲ ਥੋੜ੍ਹਾ ਟਾਈਮ ਵਿਜ਼ਿਟ ਕਰਨ ਆਉਂਦੇ ਆ, ਘੁੰਮਣ ਫਿਰਨ ਆਉਂਦੇ ਆ, ਫਿਰ ਆਪਣੇ ਪਿਛਲੇ ਪਰਿਵਾਰ ਕੋਲ ਚਲੇ ਜਾਂਦੇ ਆ। ਸੋ ਇਸੇ ਤਰ੍ਹਾਂ ਦਾ ਇੱਕ ਪਰਿਵਾਰ ਆ। ਅੱਜ ਮੈਂ ਤੁਹਾਨੂੰ ਇੱਥੇ ਕਲੋਵਰਡੇਲ 'ਚ ਲੈ ਕੇ ਆਈ ਹਾਂ। ਪਰਿਵਾਰ ਇੱਥੇ ਰਹਿ ਰਿਹਾ ਆ ਔਰ ਇਹ ਜਿਹੜੇ ਆਏ ਸੀ ਪਰਿਵਾਰ ਨੂੰ ਆਪਣੇ ਇੱਥੇ ਬੱਚਿਆਂ ਨੂੰ ਮਿਲਣ ਦੇ ਲਈ ਬੀਜੀ ਆਏ ਸੀ, ਡਾਕਟਰ ਸਾਹਿਬ ਇੱਥੇ ਆਏ ਸੀ, ਪਹਿਲਾਂ ਵੀ ਆਏ ਆ, ਪਰ ਇਸ ਵਾਰ ਇਹਨਾਂ ਦਾ ਥੋੜ੍ਹਾ ਜਿਹਾ ਜਿਹੜਾ ਤਜਰਬਾ ਜ਼ਿੰਦਗੀ ਦਾ ਕੈਨੇਡਾ ਦੇ ਨਾਲ ਆ, ਥੋੜ੍ਹਾ ਜਿਹਾ ਵੱਖਰਾ ਰਿਹਾ। ਕਹਿੰਦੇ ਜਦੋਂ ਇਸ ਮੁਲਕ ਬਹੁਤ ਸੋਹਣਾ ਮੁਲਕ ਆ, ਬੜੇ ਤਰ੍ਹਾਂ ਦੇ ਇੱਥੇ ਲੋਕ ਆ, ਚੰਗੇ ਲੋਕ ਵੀ ਬਹੁਤ ਨੇ ਅਤੇ ਮਾੜੇ ਵੀ ਬਹੁਤ ਨੇ। ਹਰ ਤਰ੍ਹਾਂ ਦੇ ਲੋਕ ਦੁਨੀਆ 'ਚ ਹਰ ਪਾਸੇ ਹੁੰਦੇ ਆ, ਪਰ ਚੰਗੇ ਹਮੇਸ਼ਾ ਚੰਗਿਆਈ ਛੱਡਦੇ ਆ ਅਤੇ ਮਾੜੇ ਲੋਕ ਜਦੋਂ ਕੋਈ ਮਾੜਾ ਕੰਮ ਕਰਦੇ ਆ, ਉਹ ਸੋਚਦੇ ਨਹੀਂ ਕਿ ਦੂਸਰੇ ਇਨਸਾਨ 'ਤੇ ਇਸ ਦਾ ਅਸਰ ਕੀ ਹੋਣਾ। ਸੋ ਜਦੋਂ ਅਸੀਂ ਕਹਿੰਦੇ ਆ ਨਾ, ਲੁੱਟਾਂ ਖੋਹਾਂ ਹੁੰਦੀਆਂ ਸੀ, ਪੰਜਾਬ 'ਚ ਵੀ ਹੁੰਦੀਆਂ। ਸਾਡੀਆਂ ਮਾਤਾਵਾਂ ਭੈਣਾਂ, ਇੱਥੋਂ ਤੱਕ ਕਿ ਅਸੀਂ NRI ਉਹਨਾਂ ਮੁਲਕਾਂ 'ਚ ਜਾਂਦੇ ਹਾਂ ਅਤੇ ਸਾਡੇ ਪਰਿਵਾਰ ਸਾਨੂੰ ਇਹ ਕਹਿੰਦੇ ਆ ਕਿ ਤੁਸੀਂ ਬਾਹਰ ਕਿਤੇ ਘੁੰਮਣ ਫਿਰਨ ਜਾ ਰਹੇ ਆ ਅਤੇ ਆਪਣਾ ਗਹਿਣਾ ਗੱਟਾ ਸੋਨਾ ਪਾਇਆ ਜਿਹੜਾ ਇਹ ਘਰੇ ਲਾ ਕੇ ਰੱਖ ਦਿਓ, ਜ਼ਮਾਨਾ ਖਰਾਬ ਆ। ਇਹ ਗੱਲਾਂ ਅਸੀਂ ਉੱਥੇ ਸੁਣਦੇ ਹੁੰਦੇ ਸੀ। ਹੁਣ ਇਹਨਾਂ ਮੁਲਕਾਂ 'ਚ ਵੀ ਇਹ ਕੁਛ ਹੋਣ ਲੱਗ ਪਿਆ। ਭਾਵੇਂ ਗੱਲ ਛੋਟੀ ਜਿਹੀ ਆ, ਪਰ ਬਹੁਤ ਚਿੰਤਾ ਵਾਲੀ ਆ। ਸਾਡੇ ਮਾਂ-ਬਾਪ, ਅਸੀਂ ਕਹਿੰਦੇ ਆ ਨਾ, ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਲੁੱਟਾਂ ਖੋਹਾਂ ਚੋਰੀਆਂ ਹੁੰਦੀਆਂ ਅਤੇ ਅਸੀਂ ਆਪਣੇ ਬਜ਼ੁਰਗਾਂ ਨੂੰ ਬੱਸੇ ਜਾਣਾ, ਕਿੰਝ ਆਪਣਾ ਬਟੂਆ ਸਾਂਭ ਕੇ ਰੱਖਣਾ, ਕਿੰਝ ਸੋਨਾ ਨਹੀਂ ਪਾ ਕੇ ਜਾਣਾ, ਅਸੀਂ ਦੱਸਦੇ ਹਾਂ। ਸਾਨੂੰ ਸਾਡੇ ਦੱਸਦੇ ਉੱਥੇ ਦੇ ਰਿਸ਼ਤੇਦਾਰ। ਅਤੇ ਸਾਡੇ ਨਾਲ ਹਰਜਿੰਦਰ ਕੌਰ ਜੀ ਨੇ, ਬੀਜੀ ਹੁਣੀ ਇੱਥੇ ਪਹਿਲਾਂ ਵੀ ਆ ਚੁੱਕੇ ਆ ਕੈਨੇਡਾ 'ਚ ਆਪਣੇ ਪਰਿਵਾਰ ਨੂੰ ਮਿਲਣ, ਅਤੇ ਇਸ ਵਾਰ ਫਿਰ ਆਪਣੇ ਪਰਿਵਾਰ ਨੂੰ ਮਿਲਣ ਆਏ ਸੀ। ਪਰ ਛੋਟਾ ਜਿਹਾ ਜਿਹੜਾ ਇਹਨਾਂ ਦੇ ਨਾਲ ਐਕਸਪੀਰੀਅੰਸ ਹੋਇਆ, ਜਿਹੜਾ ਇੱਕ ਇੰਸੀਡੈਂਟ ਹੋਇਆ, ਜਿਹਨੇ ਕਿਤੇ ਨਾ ਕਿਤੇ ਇਹਨਾਂ ਨੂੰ ਝੰਜੋੜ ਕੇ ਵੀ ਰੱਖ ਦਿੱਤਾ, ਕਿਤੇ ਨਾ ਕਿਤੇ ਇਹ ਫਿਕਰਮੰਦ ਵੀ ਹੋ ਗਏ। ਅਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਆਪਣੇ ਬਜ਼ੁਰਗਾਂ ਨੂੰ ਅਗਾਹ ਕਰੀਏ, ਸਾਡੀਆਂ ਹੋਰ ਜਿਹੜੀਆਂ ਮਾਤਾਵਾਂ ਆ, ਸਾਡੀਆਂ ਭੈਣਾਂ ਆ, ਉਹਨਾਂ ਨੂੰ ਦੱਸੀਏ ਕਿ ਕਿੰਝ ਉਹਨਾਂ ਨੇ ਸੁਚੇਤ ਰਹਿਣਾ। ਸੋ ਬੀਜੀ ਹੁਣਾਂ ਨਾਲ ਥੋੜ੍ਹੀਆਂ ਜਿਹੀਆਂ ਅੱਜ ਅਸੀਂ ਗੱਲਾਂ ਕਰਾਂਗੇ ਅਤੇ ਆਓ ਇਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਬੀਜੀ ਸਤਿ ਸ਼੍ਰੀ ਅਕਾਲ ਜੀ। ਬੀਜੀ ਥੈਂਕ ਯੂ, ਤੁਸੀਂ ਸਮਾਂ ਦਿੱਤਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਔਰ ਪਹਿਲਾਂ ਤਾਂ ਮੈਂ ਕਹੂੰਗੀ ਕਿ ਜੋ ਵੀ ਹੋਣਾ ਨਹੀਂ ਸੀ ਚਾਹੀਦਾ, ਕਿਉਂਕਿ ਅਸੀਂ ਜਿਸ ਮੁਲਕ 'ਚ ਰਹਿ ਰਹੇ ਹਾਂ, ਅਸੀਂ ਇਹਦੀ ਸੁੰਦਰਤਾ ਦੀ ਗੱਲ ਕਰਦੇ ਹਾਂ ਕਿ ਬਹੁਤ ਸੋਹਣਾ ਆ। ਪਰ ਜਦੋਂ ਸੋਚਦੇ ਸਾਰੇ ਇਮਾਨਦਾਰ ਲੋਕ ਨੇ, ਇੰਡੀਆ ਨਾਲੋਂ ਕਾਫੀ ਅੱਛਾ, ਪਰ ਇੱਥੇ ਤੇ ਜੋ ਹੋ ਗਿਆ ਮੇਰੇ ਨਾਲ, ਉਹਨੇ ਤੇ ਮੈਨੂੰ ਬਿਲਕੁਲ ਹੀ ਜੀ। ਅਤੇ ਬੀਜੀ ਪਹਿਲਾਂ ਵੀ ਤੁਸੀਂ ਪੰਜਾਬ ਤੋਂ ਇੱਕ ਵਾਰ ਇੱਥੇ ਆਏ ਸੀਗੇ? ਹਾਂਜੀ, ਉਦੋਂ ਅਸੀਂ ਘੁੰਮਣ ਫਿਰਨ ਵਾਸਤੇ ਆਏ ਸੀ। ਐਤਕੀ ਥੋੜ੍ਹੀ ਜਿਹੀ ਸਾਡੇ ਨਾਲ ਕੋਈ ਪਰਮਾਤਮਾ ਨੇ ਐਸੀ ਕਰ ਦਿੱਤੀ ਹੈ। ਚਲੋ ਜੀ, ਬਿਲਕੁਲ ਜੀ। ਕਹਿੰਦੇ ਦੁੱਖ ਸੁੱਖ ਪਰਦੇਸਾਂ ਵਿੱਚ ਜਦੋਂ ਅਸੀਂ ਰਹਿੰਦੇ ਹਾਂ, ਪਰਿਵਾਰ ਦੇ ਵਿੱਚ ਦੁੱਖ ਸੁੱਖ ਆਉਂਦੇ ਆ। ਜਦੋਂ ਸਾਡੇ ਪਿੱਛੇ ਪਰਿਵਾਰ 'ਚ ਦੁੱਖ ਆਉਂਦਾ, ਅਸੀਂ ਵੀ ਪਰਦੇਸੀ ਭੱਜ ਕੇ ਉੱਥੇ ਪਹੁੰਚਦੇ ਹਾਂ। ਜਦੋਂ ਇੱਥੇ ਕੋਈ ਦੁੱਖ ਸੁੱਖ ਆਉਂਦਾ ਅਤੇ ਉੱਥੋਂ ਵੀ ਮਾਂ-ਬਾਪ, ਭੈਣ ਭਾਈ ਝੱਟ ਦੇਣੀ ਇੱਥੇ ਪਹੁੰਚਦੇ ਆ। ਹੁਣ ਜਿਹੜਾ ਇੱਕ ਫਾਸਲਾ ਸੀ ਕਿਤੇ ਨਾ ਕਿਤੇ ਸਾਡਾ ਲਾਗੇ ਹੋ ਗਿਆ। ਅਤੇ ਤੁਸੀਂ, ਮੈਨੂੰ ਪਤਾ, ਬਹੁਤ ਦੁੱਖ ਦੀ ਘੜੀ 'ਚ ਇੱਥੇ ਪਹੁੰਚੇ ਸੀਗੇ ਤੁਸੀਂ। ਮੈਂ ਮਾफ़ੀ ਚਾਹੁੰਦੀ ਹਾਂ, ਜੋ ਵੀ ਹੋਇਆ ਵਾਹਿਗੁਰੂ ਨੂੰ ਮਨਜ਼ੂਰ ਆ। ਕਹਿੰਦੇ ਜੋ ਕਰਦਾ ਵਾਹਿਗੁਰੂ ਕਰਦਾ, ਪਰ ਇੱਥੇ ਆ ਕੇ ਸਾਡਾ ਇਨਸਾਨਾਂ ਦਾ ਜ਼ੋਰ ਨਹੀਂ ਚੱਲਦਾ। ਤੁਸੀਂ ਪਹਿਲਾਂ ਹੀ ਇੰਨਾ ਜ਼ਿਆਦਾ ਇਸ ਗੱਲ ਤੋਂ ਪਰੇਸ਼ਾਨ ਸੀ ਅਤੇ
ਹੁਣ ਜਿਹੜਾ ਅਚਾਨਕ ਹੀ ਇਹ ਤੁਹਾਡੇ ਨਾਲ ਹੋਇਆ, ਮੈਂ ਜਾਣਨਾ ਚਾਹੂੰਗੀ ਕਿ ਤੁਸੀਂ ਗੁਰਦੁਆਰਾ ਸਾਹਿਬ ਹਰ ਰੋਜ਼ ਜਾਂਦੇ ਹੋ ਇੱਥੇ ਕਲੋਵਰਡੇਲ ਹਾਂਜੀ, ਦੇ? ਉੱਥੇ ਨਾ ਸਾਡੀ, ਅਸੀਂ ਅੰਮ੍ਰਿਤਸਰ ਤੋਂ ਸਾਡੀ ਦਰਬਾਰ ਸਾਹਿਬ ਜਾਣ ਦੀ ਸ਼ੁਰੂ ਤੋਂ ਜਨਮ ਤੋਂ ਹੀ ਸਾਡੀ ਆਦਤ ਹੀ ਬਣੀ ਹੋਈ ਹੈ। ਸੋ ਗੁਰੂ ਦੀ ਨਗਰੀ ਦੇ ਰਹਿਣ ਵਾਲੇ ਹੋ। ਹਾਂਜੀ, ਤੇ ਉਹ ਸਾਡੀ ਆਦਤ ਸੀ। ਉਸੇ ਤਰ੍ਹਾਂ ਅਸੀਂ ਕਹਿੰਦੇ ਸਾਂ ਚਲੋ ਭਾਵੇਂ ਇੱਥੇ ਛੋਟਾ ਗੁਰਦੁਆਰਾ ਕੁਛ ਵੀ ਹੈ, ਗੁਰੂ ਸਥਾਨ ਤੇ ਹੈਗਾ ਨਾ। ਉਸੇ ਰੋਜ਼ ਸ਼ਾਮ ਦੀ ਰੂਟੀਨ 'ਚ ਮੈਂ ਜਾਂਦੀ ਸੀ। ਉਸੇ ਤਰ੍ਹਾਂ ਮੈਂ ਨਿਕਲੀ, ਸ਼ਾਮੀ ਚਾਹ ਪੀ ਕੇ ਅਸੀਂ ਨਿਕਲਿਆ ਤੇ ਮੈਂ ਹਾਲੇ ਥੋੜਾ ਹੀ ਅੱਗੇ ਗਈ ਹਾਂ ਘਰ ਤੋਂ। ਤੇ ਸ਼ਾਮ ਦਾ ਟਾਈਮ ਨਾਲ ਹੀ ਸੀ ਤੁਹਾਡੇ? ਨਹੀਂ, ਇਹ ਕਹਿੰਦੇ ਮੈਂ ਆਪਣਾ ਕੰਮ ਕਰ ਰਿਹਾ, ਕੋਈ ਫਿਲਮ ਬਣਾ ਰਹੇ ਕੋਈ ਜਨ, ਤੇ ਉਹਦੀ ਸਾਰੀ ਸਕ੍ਰਿਪਟ ਲਿਖ ਰਹੇ ਨੇ ਤੇ ਕਰਦੇ ਪਏ ਸੀ। ਕਹਿੰਦੇ ਮੈਂ ਆਪਣਾ ਕੰਮ ਕਰਕੇ ਮਗਰੋਂ ਆਣਾ, ਤੂੰ ਚੱਲ ਜੀ। ਤੇ ਮੈਂ ਅੱਗੇ ਗਈ, ਰੋਜ਼ ਹੀ ਜਾਂਦੇ। ਉਸ ਦਿਨ ਮੌਸਮ ਵੀ ਠੀਕ ਸੀ, ਧੁੱਪ ਸੀ, ਦਿਨ ਕਾਫੀ ਅੱਛਾ ਨਿਕਲਿਆ ਆਇਆ ਸੀ। ਕਿੰਨੇ ਵਜੇ ਦਾ ਟਾਈਮ ਸੀ ਬੀਜੀ? 5:15 5:30 ਦੇ ਕਰੀਬ ਮੈਂ ਘਰੋਂ ਨਿਕਲੀ ਹੋਵਾਂਗੀ ਚਾਹ ਪੀ ਕੇ। ਤੇ ਹਾਲੇ ਥੋੜਾ ਹੀ ਗਈਆਂ ਤੇ ਅੱਗੋਂ ਮੇਨ ਰੋਡ ਤੋਂ ਗੱਡੀ ਅੰਦਰ ਆਈ ਹੈ ਤੇ ਮੈਂ ਵਿੱਚੋਂ ਗਲੀ 'ਚ ਮੁੜਨਾ ਹੁੰਦਾ, ਉੱਥੇ ਗਲੀ ਦੇ ਕੋਲ ਹੀ ਮੈਂ ਹੌਲੀ ਹੌਲੀ ਖੜੀ ਹੋ ਗਈ। ਗੱਡੀ ਮੇਰੇ ਵਿੱਚ ਦੀ ਜਾ ਰਹੇ ਸੀ ਤੁਸੀਂ? ਕੋਈ ਛੋਟੀ ਗਲੀ ਸੀ ਜਾਂ ਮੇਨ ਰੋਡ? ਨਹੀਂ, ਛੋਟੀ ਗਲੀ ਚਾਲੇ ਮੈਂ ਹੋਈ ਨਹੀਂ, ਅਸੀਂ ਐਸੇ ਰੋਡ ਤੇ ਸਮੇਂ ਜੋ ਗੱਡੀ ਰੁਕੀ ਹੈ ਤੇ ਮੈਂ ਕਿਹਾ ਸ਼ਾਇਦ ਇਹਨਾਂ ਨੇ ਕਿਸੇ ਦਾ ਘਰ ਪੁੱਛਣਾ ਜਾਂ ਕਿਸ ਤਰ੍ਹਾਂ। ਤੇ ਪਿਛਲੀ ਸੀਟ ਤੋਂ ਉਹਨਾਂ ਨੇ ਸ਼ੀਸ਼ਾ ਨੀਵੇਂ ਕੀਤਾ ਤੇ ਉਹ ਲੇਡੀ ਨਾ ਬੜੀ ਮਤਲਬ ਹੱਸਦੀ ਗੱਡੀ 'ਚੋਂ ਨਾ ਉਤਰ ਆਈ ਹੈ। ਉਹਨਾਂ ਐਸਾ, ਮੈਂ ਕਿਹਾ ਸ਼ਾਇਦ ਮੈਨੂੰ ਕੁਝ ਪੁੱਛਣ ਲੱਗੀ ਆ ਤੇ ਹੱਸ ਕੇ ਤੇ ਫਿਰ ਨਾ ਮੈਨੂੰ ਫਟਾਫਟ ਜੱਫੀਆਂ ਪਾਉਣ ਲੱਗ ਪਈ। ਪਹਿਲਾਂ ਤੇ ਮੈਂ ਸੋਚਿਆ ਵੀ ਅੱਜ ਕੱਲ੍ਹ ਕਰੋਨਾ ਕਰਕੇ ਤੇ ਕੋਈ ਕਿਸੇ ਨੂੰ, ਮੈਂ ਕਿਹਾ ਲਾਗੇ ਨਹੀਂ ਆਉਂਦਾ ਵੀ ਇਹ ਕਰੋਨਾ ਵੀ ਨਹੀਂ ਚੱਲ ਰਿਹਾ। ਮੈਂ ਕਿਹਾ ਸ਼ਾਇਦ ਬੇਟੇ ਦੇ ਸ਼ਾਇਦ ਕੋਈ ਨੋਨ ਹੋਣ, ਮੈਂ ਇੱਕ ਅੱਧੀ ਵਾਰੀ ਦੇਖੇ ਨਹੀਂ ਪਹਿਚਾਨੇ ਮੈਂ, ਤੇ ਮੈਂ ਵੀ ਹੱਸ ਪਈ। ਮੈਂ ਫਿਰ ਨਾ ਮੁੜ ਕੇ ਉਹ ਰੋਣਾ ਸ਼ੁਰੂ ਹੋ ਗਈ। ਫਿਰ ਕੁਝ ਮੈਨੂੰ ਲੱਗਾ ਪੰਜਾਬੀ ਫੈਮਿਲੀ ਹੈ ਤੇ ਮੈਂ ਕਿਹਾ ਚਲੋ ਪੰਜਾਬੀ 'ਚ ਤੇ ਮੈਂ ਇਹਨਾਂ ਨੂੰ ਕੁਝ ਦੱਸ ਦਾਂਗੀ ਵੀ ਅਸੀਂ ਵੀ ਹੁਣੇ ਇੱਧਰ ਸ਼ਿਫਟ ਕੀਤੇ ਆ, ਮੈਨੂੰ ਇਹਨਾਂ ਨਹੀਂ ਨੌਲੇਜ। ਤੇ ਉਹ ਨਾ ਮੁੜ ਕੇ ਮੇਰੇ ਨਾ ਜੱਫੀਆਂ ਪਾਉਣ ਲੱਗ ਪਈਆਂ, ਜਿਵੇਂ ਕੋਈ ਰੋਣਾ ਸ਼ੁਰੂ ਹੋ ਗਈ। ਮਾਈ ਮਮ ਇਨ ਇੰਡੀਆ, ਮਾਈ ਮਮ ਇਨ ਇੰਡੀਆ, ਯੂ ਆਰ ਪੰਜਾਬੀ? ਮੈਂ ਕਿਹਾ ਹਾਂ ਪੰਜਾਬੀ ਅਸੀਂ। ਤੇ ਉਹ ਨਾ ਬੜੀਆਂ ਅਜੀਬ ਤਰ੍ਹਾਂ ਹਰਕਤਾਂ ਕਰਨ ਲੱਗ ਪਈ ਮੇਰੇ ਸਾਰੇ, ਇਸ ਤਰ੍ਹਾਂ ਪਿਆਰ ਵੀ ਕਰੀ ਜਾਵੇ ਮੈਨੂੰ ਇੰਝ ਕਰਕੇ ਤੇ ਮੈਂ ਇੰਝ ਦੇਖੀ ਵੀ ਜਾਵੇ ਸਾਰਾ ਕੁਝ। ਤੇ ਫਿਰ ਨਾ ਮੁੜ ਕੇ ਉਤਰਦਿਆਂ ਸਾਰ ਉਹਨੇ ਨਾ ਸੱਚ ਜਿਹੜੀ ਮੇਨ ਹੈ, ਉਤਰਦਿਆਂ ਸਾਰ ਉਹਨੇ ਨਾ ਮੈਨੂੰ ਇੱਕ ਮਾਈ ਮਮ ਇਨ ਇੰਡੀਆ ਤੇ ਰੋਣਾ ਸ਼ੁਰੂ। ਉਹਨੇ ਮੇਰੀ ਇੱਕ ਚੇਨ ਤੇ ਇੱਕ ਅੰਗੂਠੀ ਮੇਰੇ ਹੱਥ ਤੇ ਧਰ ਦਿੱਤੀ। ਜਾਨੀ ਇੱਕ ਚੇਨ ਤੇ ਅੰਗੂਠੀ ਰੱਖ ਦਿੱਤੀ। ਪਰ ਉਹ ਸੋਨੇ ਦੀ ਸੀ ਜਾਂ ਕਿ ਵੈਸੇ ਹੀ ਸੀ? ਰੱਬ ਜਾਣੇ। ਸਿਮਰਨ ਕਹਿੰਦੀ ਹੈ ਮੰਮਾ ਉਹਦੇ ਤੇ ਇੱਕ ਚੇਨ ਤੇ ਸੀ ਸਟੈਂਪ 18 ਕੈਰਟ ਦੀ, ਪਰ ਮੈਂ ਜਿਹੜੀਆਂ ਚੂੜੀਆਂ ਪਾਈਆਂ ਹੋਈਆਂ ਸੀ ਉਹ ਮੇਰੀਆਂ ਤੇ ਪੁਰਾਣੇ ਸਮੇਂ ਦੀਆਂ ਪਿਓਰ ਸੋਨੇ ਦੀਆਂ ਬਣੀਆਂ ਹੋਈਆਂ ਸੀ। ਕਿੰਨੀਆਂ ਚੂੜੀਆਂ ਪਾਈਆਂ ਸੀ? 2 ਚੂੜੀਆਂ ਪਾਈਆਂ। ਉਹ ਮੈਂ ਹਮੇਸ਼ਾ ਉੱਥੇ ਵੀ ਪਾਈ ਰੱਖਦੀ ਸੀ ਜਿੱਥੇ ਕਿ ਹਾਲੇ ਨਾ ਇੰਡੀਆ 'ਚ ਖਤਰਾ ਪੇ ਲਾ ਲੈਂਦੇ ਕੁਛ। ਮੈਂ ਰਾਤ ਨੂੰ ਵੀ ਦਰਬਾਰ ਸਾਹਿਬ ਕਈ ਵਾਰੀ ਰਾਤ ਨੂੰ ਆਣਾ 10-11 ਵਜੇ ਵੀ ਰਿਕਸ਼ਾ 'ਚ ਇਕੱਲੀ ਆਣਾ, ਕਦੀ ਮੇਰੇ ਨਾਲ ਚਾਂਸ ਨਹੀਂ ਹੋਇਆ। ਜਿੱਥੇ ਖਤਰਾ ਸੀ ਉੱਥੇ ਕੁਝ ਨਹੀਂ ਹੋਇਆ। ਇੱਥੇ ਮੈਂ ਬੇਫਿਕਰ ਸਾਂ ਵੀ ਸਾਰੇ ਕਹਿੰਦੇ ਏਰੀਆ ਵੈਸੇ ਵੀ ਸੇਫ ਹੈ, ਸਰੀ 'ਚ ਹੁੰਦੀਆਂ ਘਟਨਾਵਾਂ ਇੱਥੇ ਨਹੀਂ ਹੁੰਦੀਆਂ। ਮੈਂ ਉਸੇ ਭੁਲੇਖੇ ਨਹੀਂ ਤੇ ਮੈਂ ਕੌਨਸ਼ੀਅਸ ਹੋ ਜਾਂਦੀ ਵੀ ਚਲੋ ਇਸ ਤਰ੍ਹਾਂ ਜਿਹੜਾ ਫਿਰ ਨਾ ਮੇਰੇ ਇੰਜਨ ਸਵੈਟਰ ਹੀ ਮੈਂ ਪਾਇਆ ਸੀ, ਮੌਸਮ ਠੀਕ ਸੀ ਨਾ, ਥੱਲੇ ਵੀ ਪਾਈਆਂ ਹੋਈਆਂ ਸੀ ਬੰਦੇ ਥੱਲੇ ਸੀ ਇੱਕ ਵਾਰ ਉਹਨੇ ਇਹ ਵੀ ਦੇਖੀ ਵੀ ਕੜਾ ਪਾਇਆ ਸਵੈਟਰ ਮੇਰਾ ਇੱਥੋਂ ਤੱਕ ਸੀ। ਮੈਂ ਉਸੇ ਧੁੱਪ ਸੀ ਸਵੈਟਰ ਹੀ ਪਾ ਕੇ ਗਈ ਹਾਂ ਤੇ ਇੰਜ ਕਰਕੇ ਨਾ ਮੇਰੇ ਇੰਜ ਹੱਥ ਹੁੱਥ ਚੰਗੀ ਤਰ੍ਹਾਂ ਜਿਵੇਂ ਕਿਸੇ ਨਾਲ ਲਾਡ ਕਰੀਦਾ। ਮੈਂ ਕਿਹਾ ਹਾਏ ਆਪਣੇ ਮਾਂ ਬਾਪ ਵਾਸਤੇ ਕਰੇ ਕਿੰਨੇ ਕੁ ਸਾਲਾਂ ਦੀ ਨਹੀਂ ਗਈ ਤੇ ਪਰੇਸ਼ਾਨ ਹੈ। ਤੇ ਮੈਂ ਨਾ ਮੇਰੀ ਉਹ ਗੱਲ ਦਾ ਕੋਈ ਜਵਾਬ ਨਾ ਦੇਵੇ ਤੇ ਅੱਗੇ ਜਿਹੜਾ ਮੁੰਡਾ ਗੱਡੀ ਡਰਾਈਵਿੰਗ ਸੀਟ ਤੇ ਸੀ ਨਾ, ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਬੇਟੇ ਮੈਨੂੰ ਇਹਦੀ ਕੋਈ ਸਮਝ ਨਹੀਂ ਆਉਂਦੀ ਵੀ ਜਦੋਂ ਮੇਰੀਆਂ ਨਾ ਇੰਜਨ ਚੂੜੀਆਂ। ਉਹ ਪੰਜਾਬੀ ਮੁੰਡਾ ਸੀ ਜਾਂ ਕੋਈ ਗੋਰਾ ਸੀ? ਉਹ ਲੱਗਦਾ ਸੀ ਮੈਨੂੰ ਜਿਵੇਂ ਹੁੰਦਾ, ਵੈਸੇ ਕਲੀਨ ਸ਼ੇਵਨ ਸੀ ਤੇ ਲੱਗਦਾ ਸੀ ਜਿਵੇਂ ਪੰਜਾਬੀ ਹੁੰਦਾ। ਉਹ ਵੀ ਮੈਨੂੰ ਫੇਸ ਤੋਂ ਲੱਗੀ ਜੇ ਸੋਹਣੀਆਂ ਜੀਆਂ ਪੰਜਾਬਣਾਂ ਹੁੰਦੀਆਂ ਨਾ ਕਈ ਗੋਰੀਆਂ ਚਿੱਟੀਆਂ, ਉਸ ਤਰ੍ਹਾਂ ਦੀ ਸੀ, ਮੋਟੀ ਮੋਟੀ ਜਿਹੀ, ਉੱਚੀ ਲੰਮੀ ਚੰਗੀ। ਤੇ ਉਹ ਮੁੜ ਕੇ ਨਾ ਮੇਰੀ ਇੰਜ ਕਰਕੇ ਨਾ ਮੈਂ ਕਿਹਾ ਖਰੇ ਕੀ ਇਹਨੂੰ ਹੁੰਦਾ ਪਿਆ। ਉਹਨੇ ਮੇਰੀਆਂ ਇਸ ਤਰ੍ਹਾਂ ਨਾ ਦੇਖਿਆ, ਦੋਵਾਂ ਬਾਵਾਂ 'ਚ ਇੰਜ ਵੀ ਮੇਰੇ ਸਾਰੇ ਦੇਖਿਆ। ਕੁਦਰਤੀ ਮੈਂ ਕੰਨਾਂ 'ਚ ਵੀ ਲਾਇਆ ਹੋਇਆ ਸੀ ਤੇ ਦੇਖ ਕੇ ਨਾ ਇਹ ਮੈਂ ਪਾਈਆਂ ਸੀ, ਇਹਨੂੰ ਨਹੀਂ ਉਹਨੇ ਕੁਛ ਕੀਤਾ। ਤੇ ਮੁੜ ਕੇ ਚੂੜੀਆਂ ਮੇਰੀਆਂ ਉਹਨੇ ਉਤਾਰਤੀਆਂ ਤੇ ਮੁੜ ਕੇ ਕੀ ਕੀਤਾ ਸੋ ਆਪਣੀ ਸੀਟ ਦੇ ਅੱਗੇ ਪਰਸ ਪਿਆ ਸੀ ਨਾ ਜਿਵੇਂ ਪੈਰਾ, ਉਹ 'ਚੋਂ ਇੱਕ ਟਿਸ਼ੂ ਕੱਢਿਆ ਸੋ
ਟਿਸ਼ੂ ਕੱਢ ਕੇ ਨਾ ਮੇਰੀਆਂ ਚੂੜੀਆਂ ਉਹਦੇ 'ਚ ਲਪੇਟਣ ਲੱਗ ਪਈ। ਫਿਰ ਨਾ ਮੇਰੇ ਦੇਖਣ ਲੱਗ ਪਈ ਵੀ ਕਿੱਥੇ ਜੇਬ ਹੈਗੀ, ਮੈਂ ਉੱਥੇ ਪਾ ਦਾਂ। ਮੈਂ ਕਿਹਾ ਇਹਨੂੰ ਪਤਾ ਨਹੀਂ ਕੀ ਹੋਇਆ ਵੀ ਮੇਰੀਆਂ ਚੂੜੀਆਂ ਪਾ ਕੇ ਤੇ ਮੈਂ ਰੋਜ਼ ਗੁਰਦੁਆਰੇ ਜਾਂਦੀ ਹਾਂ, ਪਤਾ ਨਹੀਂ ਹੈ ਕਿਉਂ ਮੈਨੂੰ ਇਸ ਤਰ੍ਹਾਂ ਦੇਖ, ਇੱਥੇ ਦੇਖ ਮੇਰੀਆਂ ਜੇਬਾਂ ਜੂਬਾਂ 'ਚ। ਮੈਂ ਕਿਹਾ ਮੇਰੇ ਕੋਲ ਜੇਬ ਨਹੀਂ ਹੈ ਕੋਈ ਇਹਦੇ ਇੰਨਾ, ਮੈਂ ਤੇ ਪਰ ਉਹ ਮੈਨੂੰ ਕੋਈ ਪਤਾ ਕੋਈ ਜੇਬ ਨਹੀਂ ਸੀ। ਹਾਂ ਜੇਬ ਨਹੀਂ ਸੀ ਹੈਗੀ। ਤੇ ਉਹ ਮੁੜ ਕੇ ਨਾ ਮੈਨੂੰ ਇੰਝ ਕਰਕੇ ਉਹਨੇ ਨਾ ਉਹ ਟਿਸ਼ੂ ਸਮੇਤ ਉਹ ਰੱਬ ਜਾਣੇ ਉਹਨੇ ਕਿੱਦਾਂ ਟਿਸ਼ੂ ਇਸ ਤਰ੍ਹਾਂ ਮੈਨੂੰ ਇੱਥੇ ਲੱਗਾ। ਤੇ ਮੈਂ ਉਹ ਪਤਾ ਨਹੀਂ ਉਸ ਵੇਲੇ ਫਿਰ ਮੁੜ ਕੇ ਗੱਡੀ 'ਚ ਬੈਠ ਕੇ ਤੇ ਮੈਂ ਹੱਥ 'ਚ ਇੰਝ ਪਈ ਇਹਦੀ ਚੇਨ ਹੈ ਮੈਨੂੰ ਫੜਾਉਂਦੀ ਪਈ, ਮੈਂ ਇੰਝ ਕਰਕੇ ਖੜੀ ਆ ਗੱਡੀ 'ਚ ਬੈਠੇ ਤੇ ਗੱਡੀ ਕੁਛ ਨਹੀਂ ਬੋਲੀ, ਜਾਣ ਲੱਗਿਆ ਕੁਛ ਨਹੀਂ ਬੋਲੀ। ਸੋ ਖਾਲੀ ਟਿਸ਼ੂ ਜਿਹੜਾ ਕਲੀਨੈਕਸ ਤੁਹਾਡੇ ਦਾ ਗਲੇ 'ਚ ਦੇਤਾ ਕਿ ਤੁਹਾਨੂੰ ਮਹਿਸੂਸ ਹੋਵੇ ਕਿ ਤੁਹਾਡੇ ਇੱਥੇ ਸ਼ਰਟ ਦੇ ਵਿੱਚ ਉਹਨੇ ਰੱਖਤੀਆਂ ਮੇਰੀਆਂ ਰਿੰਗ ਜੜੀਆਂ ਨੇ ਵੀ ਜਿਹੜੀਆਂ ਬੰਗਾਂ ਤੁਹਾਡੀਆਂ ਇੱਥੇ ਰੱਖਤੀਆਂ, ਪਰ ਉਹ ਖਾਲੀ ਟਿਸ਼ੂ ਰੱਖ ਦਿੱਤਾ ਤੇ ਬੰਗਾਂ ਲੈ ਗਏ। ਤੇ ਤੁਸੀਂ ਉਹ ਬਾਅਦ ਵਿੱਚ ਮੈਂ ਘੁੰਮਾਂ ਪਈ ਆਏ, ਮੈਨੂੰ ਕੁਛ ਮਹਿਸੂਸ ਨਹੀਂ ਹੁੰਦਾ ਪਿਆ ਕਿਉਂਕਿ ਮੈਂ ਨਾ ਸਰਦੀ ਕਰਕੇ ਥੱਲੇ ਗਰਮ ਬਨੈਣ ਵੀ ਪਾਈ ਹੁੰਦੀ ਹੈ। ਮੈਂ ਕਿਹਾ ਮੈਨੂੰ ਮਹਿਸੂਸ ਕੁਛ ਨਹੀਂ ਹੁੰਦਾ ਪਿਆ। ਮੈਂ ਸਾਰੇ ਇੰਜਨ ਦੇਖਿਆ, ਫਿਰ ਮੈਂ ਕਿਹਾ ਕਿਤੇ ਥੱਲੇ ਨਾ ਡਿੱਗਿਆ ਹੁਣ ਰਿੰਗ, ਉਹ ਚੂੜੀ ਗੋਲ ਹੈ ਕਿਤੇ ਇੱਧਰ ਉੱਧਰ। ਮੈਂ ਇੱਧਰ ਉੱਧਰ ਸਾਰੇ ਦੇਖਿਆ ਇੰਨਾ ਅੱਗੇ ਪਿੱਛੇ ਜਾ ਕੇ ਤੇ ਜਿਹੜੀ ਗਲੀ ਚੋਂ ਮੈਂ ਹੁੰਦੀ, ਮੈਂ ਕਿਹਾ ਸ਼ਾਇਦ ਇੱਧਰਲੇ ਪਾਸੇ। ਉਹ ਫਿਰ ਨਾ ਮੈਨੂੰ ਕੁਛ ਨਹੀਂ ਦਿਸਿਆ ਨਹੀਂ। ਤੇ ਫਿਰ ਮੈਂ ਸੋਚਾਂ ਵੀ ਹੁਣ ਮੇਰਾ ਮਨ ਹੁੰਦਾ ਵੀ ਜਦੋਂ ਮੈਂ ਗੁਰਦੁਆਰੇ ਵਾਸਤੇ ਨਿਕਲੀ ਹਾਂ ਮੈਂ ਮੁੜਨਾ ਨਹੀਂ ਘਰ, ਭਾਵੇਂ ਕੋਈ ਮੈਨੂੰ ਮੈਸੇਜ ਵੀ ਆ ਜਾਏ ਨਾ। ਤੇ ਮੈਂ ਕਿਹਾ ਨਹੀਂ ਜਾ ਕੇ ਘਰ ਦੱਸਾਂ, ਸਿਮਰਨ ਘਰੇ ਹੀ ਸੀ। ਤੇ ਮੈਂ ਕਿਹਾ ਘਰ ਜਾ ਕੇ ਦੱਸਾਂ ਤੇ ਸਹੀ ਸਰਦਾਰ ਜੀ ਨੂੰ ਭਈ ਇਸ ਤਰ੍ਹਾਂ ਹੋਈ ਹੈ। ਮੈਂ ਵਾਪਸ ਆਈ, ਮੈਂ ਕਿਹਾ ਸਿਮਰਨ ਦੇਖ ਇਸ ਤਰ੍ਹਾਂ ਮੇਰੇ ਨਾਲ ਉਹ ਕਰ ਗਈ ਰਿੰਗ, ਮੇਰੀਆਂ ਜਿਹੜੀਆਂ ਵੰਗਾਂ ਸੀ ਆਖਾਂ ਦੇਖੀ ਹੈ ਕਿਤੇ ਮੈਨੂੰ ਨਾ ਘਬਰਾਹਟ 'ਚ ਦਿਸੀਆਂ ਹੋਣ ਵੀ ਇੱਧਰ ਉੱਧਰ ਕਿਤੇ ਰਿੜ ਗਈਆਂ। ਮੈਂ ਕਿਹਾ ਇਸ ਤਰ੍ਹਾਂ ਮੇਰੇ ਨਾਲ ਹੋਈ ਹੈ। ਤੇ ਕਹਿੰਦੀ ਮੰਮਾ ਹੋ ਤੇ ਗਿਆ ਜੋ ਵੀ ਹੈਗਾ, ਸ਼ੁਕਰ ਹੈ ਤੁਹਾਨੂੰ ਧੱਕਾ ਨਹੀਂ ਮਾਰ ਗਏ, ਤੁਸੀਂ ਕੋਈ ਇਤਰਾਜ਼ ਕਰਦੇ ਜਾਂ ਉਹਦੇ ਕੋਲੋਂ ਖੋਹਦੇ ਤੇ ਕੀ ਪਤਾ ਤੁਹਾਨੂੰ ਤੁਹਾਡੇ ਮਾਰ ਦਿੰਦੇ ਜਾਂ ਤੁਹਾਨੂੰ ਧੱਕਾ ਮਾਰ ਕੇ ਸੁੱਟ ਜਾਂਦੀ ਤੁਹਾਨੂੰ ਐਵੇਂ ਕੁਝ। ਕਹਿੰਦੀ ਉਹ ਜਾਣੇ ਕੁਛ ਨਹੀਂ। ਚਲ ਮੈਂ ਕਿਹਾ ਦੇਖੋ ਤੇ ਸਹੀ ਕੀ ਪਤਾ ਉੱਥੇ ਮੰਗਾਂ ਨੇ ਇੰਝ ਰੀੜ ਕੇ ਗਈਆਂ ਜਾਂ ਕਿਸ ਤਰ੍ਹਾਂ। ਤੇ ਫਿਰ ਸਰਦਾਰ ਜੀ ਸਿਮਰਨ ਮੇਰੇ ਨਾਲ ਉਸੇ ਵੇਲੇ ਗਏ। ਤੇ ਫਿਰ ਜਿਹੜਾ ਘਰ ਹੈ ਨਾ ਉਹ ਵੀ ਉੱਥੇ ਕੋਨੇ ਤੇ ਪੰਜਾਬੀਆਂ ਦਾ ਜਿੱਥੇ ਮੈਂ ਮੁੜਦੀ ਹਾਂ ਇੰਝ ਕਰਕੇ। ਤੇ ਉਹਨਾਂ ਨੂੰ ਫਿਰ ਸਰਦਾਰ ਜੀ ਕਹਿੰਦੇ ਇਹਨਾਂ ਪੁੱਛਦੇ ਆ ਵੀ ਇਹਨਾਂ ਦੇ ਜੇ ਕੈਮਰਾ ਤੇ ਕੈਮਰੇ 'ਚ ਗੱਡੀ ਬਲੈਕ ਸੀ, ਧੁੰਦਲੇ ਜਿਹੇ ਰੰਗ ਦੀ ਜਾਂ ਮੈਲੀ ਜਿਹੀ, ਕੋਈ ਖਾਸ ਵਧੀਆ ਵਾਲੀ ਗੱਡੀ ਨਹੀਂ ਸੀ। ਹੁਣ ਨਾ ਨੂੰ ਤੇ ਮੈਨੂੰ ਕੋਈ ਪਤਾ ਨਹੀਂ ਤੇ ਨਾ ਹੀ ਮੈਂ ਨੰਬਰ ਦੇਖਿਆ। ਮੇਰੇ ਦਿਮਾਗ 'ਚ ਵੀ ਇੱਥੇ ਕਦੀ ਕੁਛ ਹੋਣਾ ਨਹੀਂ ਤੇ ਮੈਂ ਕੌਨਸ਼ੀਅਸ 'ਚ ਹੈ ਹੀ ਨਹੀਂ ਸੀ। ਨਹੀਂ ਤੇ ਚਲੋ ਜਿਵੇਂ ਉਹਨੇ ਮੇਰੇ ਨਾਲ ਕਿਉਂਕਿ ਜੇ ਪਤਾ ਹੁੰਦਾ ਇਨਸਾਨ ਨੂੰ ਕਿ ਇੱਥੇ ਵੀ ਇਦਾਂ ਦਾ ਕੁਝ ਹੁੰਦਾ ਆ। ਮੈਂ ਵੀ ਪਹਿਲੀ ਵਾਰੀ ਵੀ ਜੀ ਸੁਣਿਆ ਕਿ ਇੰਜ ਕਿਸੇ ਦੀਆਂ ਕੋਈ ਵਾਲੀਆਂ ਜਾਂ ਕੋਈ ਬੰਗਾ ਲਾ ਕੇ ਲੈ ਗਿਆ। ਮੈਂ ਅੱਜ ਤੱਕ ਕਦੇ ਨਹੀਂ ਸੁਣਿਆ। ਕਾਫੀ ਸਮੇਂ ਤੋਂ ਮੈਂ ਮੀਡੀਆ 'ਚ ਕੰਮ ਕਰ ਰਹੀ ਹਾਂ ਤੇ ਜਦੋਂ ਮੈਨੂੰ ਪਤਾ ਲੱਗਾ, ਸਿਮਰਨ ਦੇ ਇੱਕ ਬਹੁਤ ਅੱਛੇ ਦੋਸਤ ਆ ਤਰਾਨਾ, ਜਦੋਂ ਉਹਨਾਂ ਨੇ ਮੈਨੂੰ ਫੋਨ ਕੀਤਾ, ਤਰਾਨਾ ਜੀ ਉਹਨਾਂ ਨੇ ਦੱਸਿਆ ਕਿ ਸਾਡੇ ਬੀਜੀ ਆ ਇੱਦਾਂ ਸਾਡੇ ਆਏ ਹੋਏ ਆ ਪੰਜਾਬ ਤੋਂ, ਉਹਨਾਂ ਨਾਲ ਇੱਦਾਂ ਹੋਈ। ਤੇ ਮੈਨੂੰ ਲੱਗਾ ਕਿ ਸਾਡੇ ਬਹੁਤ ਸਾਰੀਆਂ ਬਜ਼ੁਰਗ ਮਾਤਾਵਾਂ ਜਿਹੜੀਆਂ ਗੁਰਦੁਆਰੇ ਜਾਂਦੀਆਂ ਤੇ ਜੇ ਮੈਂ ਗੱਲ ਕਰਾਂ ਹਰ ਇੱਕ ਦੇ ਕੁਛ ਨਾ ਕੁਛ ਛੋਟਾ ਜਿਹਾ ਹੱਥਾਂ 'ਚ ਪਾਇਆ ਹੁੰਦਾ। ਸਾਡੇ ਤੇ ਵੱਡਿਆਂ ਨੇ ਵੀ ਵਹਿਮ ਪਾਏ ਨਾ, ਕਈ ਲੇਡੀਜ਼ ਨੂੰ ਬਾਹਾਂ ਤੋਂ ਕੰਨਾਂ ਤੋਂ ਖਾਲੀ ਰੱਖਣਾ ਹੀ ਚਾਹੀਦਾ ਕੁਛ ਨਾ ਕੁਛ। ਤੇ ਚੂੜੀਆਂ ਕਦੀ ਮੈਂ ਉੱਥੇ ਵੀ ਨਹੀਂ ਸੀ ਲਾਈਆਂ ਵੀ ਜਿੱਥੇ ਖਤਰਾ ਵੀ ਸੀ। ਤੇ ਮੈਂ ਕਿਹਾ ਚੱਲ ਹਰ ਵੇਲੇ ਪਾਈ ਰੱਖਦੀ ਸਾਂ ਉਸੇ ਤਰ੍ਹਾਂ। ਕਿੰਜ ਤੁਹਾਨੂੰ ਬਾਅਦ ਵਿੱਚ ਮਹਿਸੂਸ ਹੋਇਆ? ਡਰ ਲੱਗਾ ਕਿ ਜੇ ਤੁਹਾਡੇ ਮਾਰ ਜਾਂਦੇ, ਧੱਕਾ ਮਾਰ ਜਾਂਦੇ? ਨਹੀਂ ਮੈਨੂੰ ਲੱਗਾ ਕਿਉਂਕਿ ਮੈਂ ਇੰਨਾ ਹੈਰਾਨ ਜ਼ਰੂਰ ਹੋਈ ਪਿਆ ਇਹੋ ਜਿਹੇ ਮੁਲਕ 'ਚ ਵੀ ਜਿੱਥੇ ਅਸੀਂ ਸੁਣਦੇ ਹਾਂ ਵੀ ਇੱਥੇ ਕੋਈ ਡਰ ਨਹੀਂ। ਕਿਉਂਕਿ ਸਾਡੀ ਪੋਤਰੀ ਪਹਿਲਾਂ ਨਾ ਆਪਣੀ ਡਿਊਟੀ ਤੋਂ ਇੱਥੇ ਮੈਕਡੋਨਲਡ 'ਤੇ ਕਰਦੀ ਸੀ ਕੰਮ, ਤੇ ਰਾਤ ਨੂੰ ਨਾ ਜਦੋਂ ਅਸੀਂ ਪਹਿਲੀ ਵਾਰੀ ਆਇਆ ਉਹ 11:45 ਵੱਜ ਗਏ ਤੇ ਮੈਂ ਸਿਮਰਨ ਕਿਹਾ, ਮੈਂ ਕਿਹਾ ਸਿਮਰਨ ਹਾਏ ਜੱਸੂ ਕੱਲੀ ਕਿਸ ਤਰ੍ਹਾਂ ਆਏਗੀ? ਉਹਨਾਂ ਵਾਕਿੰਗ ਡਿਸਟੈਂਸ ਸੀ ਤੇ ਗੱਡੀ ਨਹੀਂ ਸੀ ਹੈਗੀ, ਤੁਰ ਕੇ ਆ ਜਾਂਦੀ ਤੇ ਆ ਜਾਂਦੀ ਸੀ। ਨਹੀਂ ਮੰਮਾ ਇੱਥੇ ਕੋਈ ਡਰ ਨਹੀਂ ਹੈਗਾ, ਭਾਵੇਂ ਜਵਾਨ ਕੁੜੀਆਂ ਅੱਧੀ ਰਾਤ ਨੂੰ ਇੱਥੇ ਫਿਰਨ ਜਾਂ ਕਿਸ ਤਰ੍ਹਾਂ। ਤੇ ਮੈਂ ਬੜੀ ਹੈਰਾਨ ਹੋਈ ਤੇ ਮੈਨੂੰ ਕੀ ਪਤਾ ਸੀ ਵੀ ਮੇਰੇ ਨਾਲ ਦਿਨ ਦਿਹਾੜੇ ਇੰਨਾ ਹਾਲੇ ਚਾਨਣ ਹੈ 5:35 ਹੋਣਗੇ, 5:45 ਤੇ 5:30 ਦੇ ਵਿੱਚ ਟਾਈਮ ਹੋਏਗਾ ਕੋਈ ਇਸ ਤਰ੍ਹਾਂ। ਤੇ ਇਸ ਤਰ੍ਹਾਂ ਮੈਂ ਕਿਹਾ ਮੇਰੇ ਨਾਲ ਜਾਂ ਤੇ ਬੰਦਾ ਕੌਨਸ਼ੀਅਸ ਸੀ ਕਦੀ ਇਹ ਸੋਚਿਆ ਹੀ ਨਹੀਂ ਸੀ। ਇੱਥੇ ਕੈਨੇਡਾ ਵਰਗੇ ਸੋਹਣੇ ਮੁਲਕ ਜਾ ਕੇ ਤੁਹਾਡੇ ਨਾਲ ਇਹ ਐਕਸਪੀਰੀਅੰਸ ਹੋਇਆ ਤੇ ਜਿਹੜੀ ਤੁਹਾਡੇ ਵਰਗੇ ਹੋਰ ਬਹੁਤ ਸਾਰੇ ਸਾਡੇ ਆਪਣੇ ਬਜ਼ੁਰਗ ਆ ਜਿਹੜੇ ਗੁਰਦੁਆਰਿਆਂ ਨੂੰ ਜਾਂਦੇ ਆ, ਕੀ ਕਹਿਣਾ ਚਾਹੁੰਦੇ ਆ ਤੁਸੀਂ? ਕੀ ਮੈਸੇਜ ਦਓਗੇ ਉਹਨਾਂ ਨੂੰ? ਕਿਉਂਕਿ ਦੇਖੋ
ਜਿੱਥੇ ਚੰਗੇ ਲੋਕ ਆ, ਇਹ ਮੁਲਕ ਬਹੁਤ ਸੋਹਣਾ ਆ, ਉੱਥੇ ਮਾੜੇ ਲੋਕ ਵੀ ਆ। ਮਾੜੇ ਲੋਕ ਹਰ ਇੱਕ ਜਗ੍ਹਾ ਹੁੰਦੇ ਆ, ਹਰ ਇੱਕ ਜਗ੍ਹਾ 'ਚ ਆ। ਹੁਣ ਜੇ ਅਸੀਂ ਆਪਣੇ ਪੰਜਾਬ ਦੀ, ਆਪਣੇ ਭਾਰਤ ਦੀ ਗੱਲ ਕਰੀਏ, ਬਹੁਤ ਸੋਹਣਾ ਮੁਲਕ ਆ, ਪਰ ਮਾੜੇ ਲੋਕ ਉੱਥੇ ਵੀ ਬਹੁਤ ਆ। ਉੱਥੇ ਜ਼ਿਆਦਾ ਨਹੀਂ ਸਗੋਂ, ਕਿਉਂਕਿ ਉੱਥੇ ਗਰੀਬੀ ਬਹੁਤ ਹੈ, ਉੱਥੇ ਕਾਰਨ ਬਹੁਤ ਨੇ। ਜਵਾਨ ਬੱਚਿਆਂ ਨੂੰ ਕੋਈ ਨੌਕਰੀਆਂ ਨਹੀਂ, ਕੋਈ ਕੁਛ ਨਹੀਂ। ਉਸ ਮੁਲਕ 'ਚ ਤੇ ਬਹੁਤ ਕੰਮ ਖਰਾਬ ਹੋਇਆ ਹੈ। ਤੇ ਕੀ ਤੁਸੀਂ ਕਹਿਣਾ ਚਾਹੁੰਦੇ ਆ ਜਿਹੜੇ ਹੋਰ ਤੁਹਾਡੇ ਵਰਗੀਆਂ ਸਾਡੀਆਂ ਮਾਤਾਵਾਂ ਜਿਹੜੀਆਂ ਗੁਰਦੁਆਰਾ ਸਾਹਿਬ ਜਾਂਦੀਆਂ, ਕੀ ਤੁਸੀਂ ਉਹਨਾਂ ਨੂੰ ਸਿੱਖਿਆ ਜਾਂ ਕੀ ਮੈਸੇਜ ਦੇਣਾ ਚਾਹੁੰਦੇ ਆ? ਕਿਉਂਕਿ ਆਪਾਂ ਇਸੇ ਲਈ ਤੁਹਾਡੇ ਕੋਲ ਆਏ ਆ ਕਿ ਇੱਕ ਤੇ ਕਿ ਜਿਹੜਾ ਹੋਇਆ, ਤੁਸੀਂ ਬੜੀ ਦ੍ਰਿੜਤਾ ਦੇ ਨਾਲ, ਬੜੇ ਹੌਸਲੇ ਦੇ ਨਾਲ ਤੁਸੀਂ ਇਹਨੂੰ ਆ ਕੇ ਹੈਂਡਲ ਵੀ ਕੀਤਾ ਤੇ ਦੱਸਿਆ ਵੀ ਘਰ ਆ ਕੇ, ਤੇ ਸਾਨੂੰ ਵੀ ਮੌਕਾ ਦਿੱਤਾ ਗੱਲ ਕਰਨ ਦਾ। ਅਕਸਰ ਦੇਖਿਆ ਕਿ ਜਦੋਂ ਸੋਨਾ ਕਹਿੰਦੇ ਬਹੁਤ ਕੀਮਤੀ ਆ, ਪਰ ਬੰਦੇ ਦੀ, ਮਨੁੱਖ ਦੀ ਜਾਨ ਨਾਲੋਂ ਕੀਮਤੀ ਨਹੀਂ। ਇਹ ਚੀਜ਼ਾਂ ਆ ਅਸੀਂ ਹੋਰ ਬਣਾ ਸਕਦੇ ਆ, ਪਰ ਜਿਹੜੇ ਸਾਡੇ 'ਚ ਜੀਂਦੇ ਜਾਗਦੇ ਇਨਸਾਨ ਆ, ਉਹ ਸਾਡੇ ਲਈ ਜ਼ਿਆਦਾ ਮਾਇਨੇ ਰੱਖਦੇ ਆ। ਸੋ ਵਾਹਿਗੁਰੂ ਦਾ ਸ਼ੁਕਰ ਕਰਦੇ। ਤੁਹਾਡਾ ਸਾਰਾ ਪਰਿਵਾਰ ਵੀ, ਮੈਂ ਤੁਹਾਡੀ ਨੂੰਹ ਦੇ ਨਾਲ ਗੱਲ ਕੀਤੀ, ਉਹਨਾਂ ਨੇ ਦੱਸਿਆ ਕਿ ਉਹ ਕਹਿੰਦੇ ਕਿ ਇਹਨਾਂ ਦੇ ਸੱਟ ਪੇਟ ਨਹੀਂ ਲੱਗੀ, ਕੋਈ ਧੱਕਾ ਨਹੀਂ ਮਾਰਿਆ, ਕੋਈ ਉਹਨਾਂ ਨੇ ਜ਼ਬਰਦਸਤੀ ਕੁਛ ਖਿੱਚ ਧੂ ਨਹੀਂ ਕੀਤੀ। ਇਹੀ ਸਾਡੇ ਲਈ ਬਹੁਤ ਹੈ। ਤੁਸੀਂ ਉਹਦੇ ਕੋਲੋਂ ਖੋਹਦੇ ਜਾਂ ਪਕੜਦੇ ਤੇ ਉਹ ਕੀ ਪਤਾ ਤੁਹਾਨੂੰ ਧੱਕਾ ਦੇ ਕੇ ਸੁੱਟ ਜਾਂਦੀ, ਤੁਹਾਨੂੰ ਕਿੰਨੀ ਕੁ ਸੱਟ ਲੱਗ ਜਾਂਦੀ। ਉਹਨਾਂ ਨੇ ਇਹ ਗੱਲ ਕਹੀ ਤੇ ਮੈਨੂੰ ਬੜਾ ਚੰਗਾ ਲੱਗਾ ਜਦੋਂ ਬੱਚੇ ਸਾਡੇ ਨਾਲ ਹੁੰਦੇ ਆ, ਬੱਚੇ ਸਾਥ ਦਿੰਦੇ ਆ। ਬੱਚਿਆਂ ਨੇ ਤੇ ਮੈਨੂੰ ਬਹੁਤ ਹੌਸਲਾ ਦਿੱਤਾ, ਨਹੀਂ ਤੇ ਮੈਂ ਹੁੰਦੀ ਸਹੀ ਵੀ ਦੇਖੋ ਅਸੀਂ ਨਾ ਕਮਾਉਂਦੇ ਆ ਨਾ ਕਰਦੇ ਆ, ਸੋ ਇਹਨਾਂ ਤੇ ਬੋਝ ਬਣੇ ਤੇ ਹੋਰ ਇੰਨਾ ਵੱਡਾ ਖਰਚਾ ਸਾਡਾ ਹੁਣ ਇਹਨਾਂ ਨੂੰ ਨੁਕਸਾਨ ਬਿਲਕੁਲ ਜੀ। ਪਰ ਜਿਹੜਾ ਤੁਹਾਨੂੰ ਕੋਈ ਨੁਕਸਾਨ ਨਹੀਂ ਕੀਤਾ, ਇਹ ਬਹੁਤ ਵੱਡੀ ਗੱਲ ਆ। ਪਰਿਵਾਰ ਨੇ ਵੀ ਇਸੇ ਗੱਲ ਲਈ ਸਾਨੂੰ ਵੀ ਇਜਾਜ਼ਤ ਦਿੱਤੀ ਕਿ ਅਸੀਂ ਆ ਕੇ ਤੁਹਾਡੇ ਨਾਲ ਗੱਲ ਕਰੀਏ, ਤਾਂ ਕਿ ਅਸੀਂ ਹੋਰ ਲੋਕਾਂ ਨੂੰ ਮੈਸੇਜ ਦੇ ਸਕੀਏ। ਕੀ ਕਹੋਗੇ ਤੁਸੀਂ ਸਾਰਿਆਂ ਨੂੰ? ਗੱਲ ਸੁਣੋ, ਬਜ਼ੁਰਗਾਂ ਨੇ ਹੁਣ ਆਪਣਾ ਟਾਈਮ ਕੱਟਣਾ, ਉਹਨਾਂ ਨੇ ਕਿਤੇ ਨਾ ਕਿਤੇ, ਚਲੋ ਹੋਰ ਆਦਤਾਂ ਨਹੀਂ ਹੈਗੀਆਂ ਸਾਨੂੰ ਇੱਧਰ ਉੱਧਰ ਫਿਰਨ ਦੀਆਂ, ਕਮ ਸੇ ਕਮ ਗੁਰਦੁਆਰੇ ਤੇ ਜੋ ਸਾਡੀ ਸਮਝਦਾ ਹੀ ਇੱਦਾਂ ਦੀ ਹੈ, ਅਸੀਂ ਗੁਰਦੁਆਰੇ ਤੇ ਜਾਵਾਂਗੇ ਜਾਂ ਕਿਸੇ ਭੈਣ ਭਰਾ ਨੂੰ ਮਿਲਣ ਹੀ ਜਾਣਾ ਹੁੰਦਾ ਕਿਸੇ, ਤੇ ਫਿਰ ਬੰਦਾ ਜਾਂਦਾ ਤੇ ਹੈ। ਫਿਰ ਇਹੋ ਜਿਹੇ ਮੁਲਕ 'ਚ ਇਹੋ ਜਿਹੀਆਂ ਘਟਨਾਵਾਂ ਹੋਣ ਲੱਗ ਪੈਣ ਤੇ ਹੋਰ ਕੀ ਕਰਨਾ? ਫਿਰ ਜੋ ਆਪਣੇ ਮਨ ਦੀ ਖਾਹਿਸ਼ ਵੀ ਹੈ ਵੀ ਅਸੀਂ ਕਰਨਾ ਤੋਂ ਗਲੇ 'ਚੋਂ ਨਹੀਂ ਲਾਣਾ, ਉਹ ਵੀ ਮਜਬੂਰੀ, ਬਸ ਸਾਨੂੰ ਲਾਣਾ ਪਏਗਾ, ਹੋਰ ਕੀ ਕਰਾਂਗੇ ਅਸੀਂ ਫਿਰ ਜੀ। ਤੇ ਪਰ ਜ਼ਰੂਰ ਜੀ, ਜਿਹੜੇ ਸਾਡੇ ਹੋਰ ਵੀ ਜਾਂਦੇ ਆ, ਉਹਨਾਂ ਨੂੰ ਵੀ ਇਹਨਾਂ ਗੱਲਾਂ ਦੀ ਥੋੜ੍ਹੀ ਜਿਹੀ ਸੁਚੇਤ ਹੋਣਾ ਚਾਹੀਦਾ ਕਿ ਜੇ ਕੋਈ ਅਣਪਛਾਤੇ ਲੋਕ ਤੁਹਾਡੇ ਕੋਲ ਆ ਕੇ ਖੜ ਗਏ ਆ, ਕਮ ਸੇ ਕਮ ਥੋੜੇ ਦੇਖ ਕੇ ਹੀ ਨਾ, ਭਾਵੇਂ ਕੋਈ ਆਪਣਾ ਵੀ ਲੱਗੇ ਤਦ ਵੀ ਥੋੜੇ ਜਿੰਨੇ ਤੁਸੀਂ ਹੋ ਜਾਓ ਭਈ ਅਸੀਂ ਦੇਖਣਾ ਪਹਿਲੋਂ ਹੈ ਕੌਣ ਹੈ ਜਾਂ ਗੱਲ ਕਿਸ ਤਰੀਕੇ ਦੀ ਕਰ ਰਿਹਾ ਹੈ, ਇਸ ਤਰ੍ਹਾਂ। ਕੋਈ ਨਹੀਂ ਜੀ, ਬਹੁਤ ਸਟਰੋਂਗ ਆ ਤੁਸੀਂ। ਥੈਂਕ ਯੂ, ਤੁਸੀਂ ਆਪਣਾ ਐਕਸਪੀਰੀਅੰਸ ਸਾਡੇ ਨਾਲ ਸਾਂਝਾ ਕੀਤਾ। ਔਰ ਖਿਆਲ ਰੱਖਿਓ ਤੁਸੀਂ ਆਪਣਾ, ਤੇ ਤੁਸੀਂ ਠੀਕ ਠਾਕ ਹੈ, ਇਹੀ ਬਹੁਤ ਕੁਛ ਹੈ ਜੀ ਸਾਡੇ ਲਈ। ਪਰਿਵਾਰ ਨੇ ਬਹੁਤ ਹੌਸਲਾ ਦਿੱਤਾ। ਤੁਸੀਂ ਬੜੀ ਸਾਰ ਲੈਂਦੇ ਜੇ, ਤੁਸੀਂ ਲੋਕ ਆ ਕੇ ਜਿਹੜਾ ਲੋਕਾਂ ਨੂੰ ਪੁੱਛਦੇ ਜੇ ਘਰ ਆਪਣਾ ਟਾਈਮ ਕੱਢ ਕੇ, ਅਸੀਂ ਤੇ ਵਿਹਲੇ ਆ, ਤੁਸੀਂ ਤੇ ਆਪਣਾ, ਸਾਡਾ ਫਰਜ਼ ਹੈ ਜੀ। ਤੁਸੀਂ ਸਾਡੇ ਬਜ਼ੁਰਗ ਆ, ਤੁਹਾਡੇ ਕੋਲੋਂ ਅਸੀਂ ਬਹੁਤ ਕੁਝ ਸਿੱਖਣਾ ਆ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਲਈ। ਬਹੁਤ ਸਾਰੀ ਸਿੱਖਿਆ ਸਾਨੂੰ ਤੁਹਾਡੇ ਤੋਂ ਚਾਹੀਦੀ ਹੈ। ਤੁਸੀਂ ਸਲਾਮਤ ਆ, ਤੁਸੀਂ ਆਪਣੇ ਘਰ ਸਾਰੇ ਠੀਕ ਠਾਕ ਹੋ, ਤੇ ਫੇਰ ਹੀ ਅਸੀਂ ਵੀ ਠੀਕ ਆ ਜੀ, ਫੇਰ ਹੀ ਸਾਡਾ ਵੀ ਲੋਕਾਂ ਨੇ ਗੱਲਾਂ ਸੁਣਨੀਆਂ ਆ, ਕਿਉਂਕਿ ਸਾਡਾ ਇਹ ਫਰਜ਼ ਆ ਵੀ ਜੀ। ਧੰਨਵਾਦ। ਪਰ ਫਰਜ਼ ਵੀ ਕੋਈ ਸਮਝਦਾ ਨਾ ਆਪਣਾ, ਕਈ ਘਰਾਂ 'ਚ ਤੇ ਆਪਣੇ ਹੀ ਨਹੀਂ ਆਪਣਾ ਫਰਜ਼ ਸਮਝਦੇ, ਤੇ ਚਲੋ ਬਿਲਕੁਲ। ਥੈਂਕ ਯੂ ਵੀ ਜੀ, ਤੁਹਾਡਾ ਬਹੁਤ ਵਧੀਆ ਲੱਗਾ ਜੀ ਤੁਹਾਡੇ ਨਾਲ ਗੱਲ ਕਰਕੇ। ਖਿਆਲ ਰੱਖਿਓ ਆਪਣਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਜਦੋਂ ਅਸੀਂ ਗੱਲ ਕਰਦੇ ਆ ਨਾ ਪ੍ਰਦੇਸਾਂ ਦੀ, ਤੇ ਪ੍ਰਦੇਸਾਂ ਦੇ ਵਿੱਚ ਅਸੀਂ ਸਾਰੇ ਕਹਿੰਦੇ ਆ ਨਾ ਪ੍ਰਦੇਸ ਜਾਣਾ, ਅਸੀਂ ਬਾਹਰਲੇ ਮੁਲਕ ਜਾਣਾ, ਅਸੀਂ ਜ਼ਿੰਦਗੀ ਬਿਹਤਰ ਕਰਨੀ ਹੈ, ਬਹੁਤ ਕੁਛ ਅਸੀਂ ਸੋਚ ਕੇ ਇਹਨਾਂ ਮੁਲਕਾਂ 'ਚ ਆਉਂਦੇ ਆ। ਪਿੱਛੇ ਸਾਡੇ ਮਾਪੇ ਆ ਜਿਨ੍ਹਾਂ ਨੂੰ ਅਸੀਂ ਛੱਡ ਕੇ ਆ ਜਾਂਦੇ ਆ। ਜਦੋਂ ਅਸੀਂ ਆਪਣੇ ਆਲ੍ਹਣੇ ਬਣਾ ਲੈਂਦੇ, ਫਿਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਮਾਪੇ ਹੁਣ ਆ ਕੇ ਸਾਡੇ ਕੋਲ ਰਹਿਣ, ਸਾਨੂੰ ਮਿਲਣ ਗਿਲਣ, ਇੱਕ ਵਧੀਆ ਜ਼ਿੰਦਗੀ ਜਿਉ ਸਕਣ। ਬੇਸ਼ੱਕ ਕੈਨੇਡਾ ਬਹੁਤ ਸੋਹਣਾ ਮੁਲਕ ਆ, ਬਹੁਤ ਕੁਛ ਇਹਨੇ ਸਾਨੂੰ ਦਿੱਤਾ ਆ, ਪਰ ਜਿੱਥੇ ਚੰਗੇ ਲੋਕ ਬਹੁਤ ਆ, ਮੁਲਕ ਬਹੁਤ ਸੋਹਣਾ ਆ, ਤੇ ਮਾੜੀ ਮਾਨਸਿਕਤਾ ਵਾਲੇ ਲੋਕ ਵੀ ਇਹਨਾਂ ਮੁਲਕਾਂ 'ਚ ਨੇ, ਜਿਨ੍ਹਾਂ ਨੇ ਇਹੀ ਸੋਚਿਆ ਕਿ ਕੰਮ ਨਹੀਂ ਕਰਨਾ, ਸਿਰਫ ਇਹੋ ਜਿਹੀਆਂ ਚੋਰੀਆਂ ਚਕਾਰੀਆਂ ਹੀ ਕਰਨੀਆਂ। ਸੋ ਬੜਾ ਔਖਾ ਲੱਗਾ, ਤੇ ਬੜਾ ਮਾੜੀ ਗੱਲ ਵੀ ਆ ਕਿ ਇਹੋ ਜਿਹਾ ਕੁਛ ਸਾਡੇ ਬਜ਼ੁਰਗਾਂ ਨਾਲ ਹੋ ਰਿਹਾ। ਪਹਿਲਾਂ ਵੀ ਸਾਡੇ ਕਾਫੀ ਬਜ਼ੁਰਗਾਂ ਦੀਆਂ ਜਾਨਾਂ ਗਈਆਂ ਆ, ਕਾਫੀ ਬਜ਼ੁਰਗਾਂ ਦੇ ਨਾਲ ਇਹੋ ਜਿਹੇ ਇੰਸੀਡੈਂਟ ਹੋਏ ਆ, ਪਰ ਸਾਨੂੰ ਐਜ਼ ਆ ਬੱਚੇ, ਆਪਣੇ ਸਾਡੇ ਮਾਪੇ ਆ, ਸਾਡਾ ਫਰਜ਼ ਬਣਦਾ ਜੇ ਸਾਡੇ ਕੋਲ ਸਮਾਂ ਹੈ ਤੇ ਅਸੀਂ ਆਪਣੇ ਮਾਪਿਆਂ ਦੇ ਨਾਲ ਥੋੜ੍ਹਾ ਸਮਾਂ ਬਿਤਾਈਏ। ਜੇ ਦੂਰ ਆ ਗੁਰਦੁਆਰਾ ਸਾਹਿਬ ਤਾਂ ਅਸੀਂ ਛੱਡ ਕੇ ਆਈਏ, ਪਰ ਜੇ ਲਾਗੇ ਏਰੀਏ 'ਚ ਆ ਤੇ ਇਸ ਹਾਦਸੇ ਤੋਂ ਬਾਅਦ ਸਾਨੂੰ ਕੁਝ ਸਿੱਖਣਾ ਚਾਹੀਦਾ। ਅਸੀਂ ਆਪਣੇ ਬਜ਼ੁਰਗਾਂ ਨੂੰ ਇਹ ਕਹੀਏ ਕਿ ਸੋਨਾ ਜਿਹੜਾ ਇਹ ਇੱਕ ਵਸਤੂ ਆ, ਇੱਕ ਚੀਜ਼ ਆ, ਇਹਦੇ ਨਾਲੋਂ ਸਾਡੇ ਬਜ਼ੁਰਗ ਸਾਡੇ ਲੱਖਾਂ ਕਰੋੜਾਂ ਦੇ ਆ, ਉਹਨਾਂ ਦੀ ਸਾਨੂੰ ਜ਼ਿਆਦਾ ਜ਼ਰੂਰਤ ਆ। ਸੋ ਅਸੀਂ ਉਹਨਾਂ ਨੂੰ ਅਗਾਹ ਕਰੀਏ ਕਿ ਜੇ ਉਹਨਾਂ ਦੇ ਕੁਛ ਇਹੋ ਜਿਹਾ ਪਾਇਆ ਆ
ਤੇ ਉਹ ਨਾ ਪਾ ਕੇ ਜਾਣ ਗੁਰਦੁਆਰਾ ਸਾਹਿਬ। ਆਪਣਾ ਖਿਆਲ ਰੱਖਣ। ਕਿਸੇ ਅਣਪਛਾਤੀ ਕਾਰ ਆ ਕੇ ਕੋਲ ਰੁਕਦੀ ਆ ਤੇ ਅਸੀਂ ਆਪਣੇ ਬਜ਼ੁਰਗਾਂ ਨੂੰ ਦੱਸੀਏ ਕਿ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਨਾ ਕਰੋ, ਜਾਂ ਕੋਈ ਸੇਫ ਜਗ੍ਹਾ ਦੇਖ ਕੇ ਜਾਂ ਕੋਈ ਰਾਹ ਗਲੀ ਲੰਘਦਾ ਵੜਦਾ ਦੇਖ ਕੇ ਰੌਲਾ ਪਾਓ ਤਾਂ ਕਿ ਤੁਹਾਡੀ ਕੋਈ ਮਦਦ ਲਈ ਆ ਸਕੇ। ਪਰ ਖਿਆਲ ਜ਼ਰੂਰ ਰੱਖੋ ਬਜ਼ੁਰਗਾਂ ਦਾ। ਇਹੀ ਸਾਡੇ ਘਰ ਦੇ ਜਿੰਦੇ ਨੇ, ਇਹਨਾਂ ਦੇ ਨਾਲ ਹੀ ਸਾਹੀ ਸੌਂਦੇ ਆ, ਇਹਨਾਂ ਦੇ ਨਾਲ ਹੀ ਸਾਨੂੰ ਘਰ ਚੰਗੇ ਲੱਗਦੇ ਨੇ। ਜਦੋਂ ਘਰਾਂ 'ਚ ਆਈਦਾ ਸਾਡੇ ਮਾਪੇ ਬੈਠੇ ਹੁੰਦੇ, ਦਰਵਾਜ਼ਾ ਖੁੱਲ੍ਹਾ ਮਿਲਦਾ ਆ ਨਾ, ਤੇ ਉਦੋਂ ਇੱਦਾਂ ਲੱਗਦਾ ਜਿੱਦਾਂ ਰੱਬ ਦੀ ਦਰਗਾਹ ਦੇ ਅੰਦਰ, ਰੱਬ ਦੇ ਘਰ ਅੰਦਰ ਪੈਰ ਰੱਖ ਲਿਆ ਹੁੰਦਾ। ਸੋ ਇਹਨਾਂ ਦੇ ਨਾਲ ਹੀ ਅਸੀਂ ਹਾਂ। ਮੈਂ ਬਲਜਿੰਦਰ ਕੌਰ, ਕੈਮਰਾਮੈਨ ਕਰਨ ਦੇ ਨਾਲ ਅੱਜ ਤੁਹਾਨੂੰ ਲੈ ਕੇ ਆਈ ਸੀ ਕਲੋਵਰਡੇਲ। ਇੱਕ ਛੋਟਾ ਜਿਹਾ ਮੈਸੇਜ ਸੀ ਕਿ ਕਿਵੇਂ ਅਸੀਂ ਆਪਣੇ ਬਜ਼ੁਰਗਾਂ ਨੂੰ, ਕਿਵੇਂ ਅਸੀਂ ਆਪਣੀ ਇਸ ਕੀਮਤੀ ਤਿਜੋਰੀ ਨੂੰ ਸਾਂਭ ਕੇ ਰੱਖਣਾ। ਅਗਲੀ ਵਾਰ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤੁਸੀਂ ਖਿਆਲ ਰੱਖਿਓ। ਸਤਿ ਸ਼੍ਰੀ ਅਕਾਲ ਜੀ। ਸੋ ਅਸੀਂ ਗੱਲ ਕੀਤੀ ਬੀਜੀ ਹੁਣਾਂ ਦੇ ਨਾਲ। ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਨਾਲ ਇਹ ਸਾਰਾ ਕੁਝ ਕਿਵੇਂ ਹੋਇਆ, ਕਿਵੇਂ ਉਹ ਘਰੋਂ ਗੁਰਦੁਆਰਾ ਸਾਹਿਬ ਜਾ ਰਹੇ ਸੀ। ਤੇ ਹੁਣ ਮੇਰੇ ਨਾਲ ਬੀਜੀ ਹੁਣਾਂ ਦੇ ਗ੍ਰੈਂਡਸਨ ਨੇ, ਉਹਨਾਂ ਦੇ ਨਾਲ ਗੱਲ ਕਰਦੇ ਆ, ਸਾਹਿਲ ਨਾਲ। ਸਾਹਿਲ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮਚ ਫॉर ਕਮਿੰਗ। ਨੋ ਪ੍ਰੋਬਲਮ। ਸਾਹਿਲ, ਜੋ ਵੀ ਹੋਇਆ ਤੁਹਾਡੀ ਗ੍ਰਾਮਾ ਦੇ ਨਾਲ, ਤੁਹਾਡੇ ਦਾਦੀ ਜੀ ਦੇ ਨਾਲ ਗੁਰਦੁਆਰਾ ਸਾਹਿਬ ਜਾਂਦੇ ਸੀ, ਔਰ ਕਿਵੇਂ ਲੱਗਾ ਤੁਹਾਨੂੰ ਸਾਰਾ ਕੁਝ ਸੁਣ ਕੇ ਜਦੋਂ ਤੁਹਾਨੂੰ ਪਤਾ ਲੱਗਾ ਕਿ ਆਹ ਕੁਝ ਹੋਇਆ ਮੇਰੇ ਦਾਦੀ ਜੀ ਦੇ ਨਾਲ? ਮੇਰੇ ਲਈ ਇਹ ਚੀਜ਼ ਬਹੁਤ ਜ਼ਿਆਦਾ ਸ਼ੌਕਿੰਗ ਸੀਗੀ ਐਂਡ ਮੈਨੂੰ ਲੱਗਾ ਕਿ ਵੀ ਨੈਵਰ ਐਕਸਪੈਕਟਡ ਦੈਟ ਸਮਥਿੰਗ ਆਫ ਦਿਸ ਸੌਰਟ ਕੈਨ ਹੈਪਨ ਇਨ ਕੈਨੇਡਾ, ਬਟ ਸਰਪ੍ਰਾਈਜ਼ਿੰਗਲੀ ਇਟ ਡਿਡ ਐਂਡ ਨਾਓ ਵੀ ਆਰ ਲਾਈਕ ਸੋ ਸਕੇਅਰਡ ਫਰਮ ਇਨਸਾਈਡ। ਐਂਡ ਸਮਟਾਈਮ ਸਾਨੂੰ ਲੱਗਦਾ ਕਿ ਬਾਹਰ ਹੁਣ ਉਹ ਕਦੀ ਜਾਣਗੇ ਤਾਂ ਉਹਨਾਂ ਦੇ ਮਨ 'ਚ ਕੀ ਚੀਜ਼ ਆਉਣੀ, ਐਂਡ ਉਹਨਾਂ ਨੇ ਖੁੱਲ੍ਹ ਕੇ ਸਾਹਮਣੇ ਬਈ ਕਿਸੇ ਨਾਲ ਗੱਲ ਕਰਨੀ ਨਹੀਂ ਕਰਨੀ, ਬਿਕੋਜ਼ ਇਟਸ ਕੋਵਿਡ ਟਾਈਮ। ਸਟਿਲ ਆਪਾਂ ਉਹਨਾਂ ਨੂੰ ਵੀ ਕਹਿੰਦੇ ਆ ਕਿ ਕੋਈ ਤੁਹਾਡੇ ਨੇੜੇ ਆਵੇ ਤਾਂ ਯੂ ਹੈਵ ਟੂ ਬੀ ਕੇਅਰਫੁਲ, ਐਂਡ ਉਹ ਸਾਰੀਆਂ ਚੀਜ਼ਾਂ ਬਹੁਤ ਇੰਪੋਰਟੈਂਟ ਨੇ। ਬਟ ਇੱਥੇ ਆ ਚੀਜ਼ਾਂ ਐਕਸਪੈਕਟਡ ਨਹੀਂ ਸੀਗੀ, ਬਟ ਇਟ ਹੈਪਨਡ। ਉਹ ਆਏ, ਉਹਨਾਂ ਨੇ ਇੱਦਾਂ ਝੱਪੀ ਜਿਹੀ ਪਾ ਕੇ, ਉਹਨਾਂ ਨੂੰ ਬੀਜੀ ਨੂੰ ਕੁਝ ਨਹੀਂ ਪਤਾ ਲੱਗਾ ਕਿ ਮੇਰੇ ਨਾਲ ਕੀ ਹੋ ਰਿਹਾ ਐਂਡ ਵਾਟ ਇਜ਼ ਹੈਪਨਿੰਗ। ਉਹਨਾਂ ਨੂੰ ਇੱਕ ਆਈਡੀਆ ਵੀ ਨਹੀਂ ਸੀਗਾ। ਉਹ ਬਾਅਦ 'ਚ ਉਹਨਾਂ ਨੇ ਰਿਅਲਾਈਜ਼ ਕੀਤਾ ਦੈਟ ਸਮਥਿੰਗ ਇਜ਼ ਮਿਸਿੰਗ। ਫਿਰ ਉਹ ਇੱਦਾਂ ਕਰਕੇ, ਬਿਕੋਜ਼ ਇਟ ਵਾਜ਼ ਵੈਰੀ ਕੁਇਕ ਐਂਡ ਦੇ ਵਰ ਵੈਰੀ ਸਮਾਰਟ ਇਨ ਦ ਥਿੰਗ ਦੈਟ ਦੇ ਵਰ ਡੂਇੰਗ। ਉਹ ਬਹੁਤ ਪ੍ਰੋਫੈਸ਼ਨਲ ਸੀਗੇ। ਤੇ ਹੁਣ ਲੱਗਦਾ ਹੋਰਾਂ ਲਈ this should go out and it should spread like that so that other people who are out there, they should be cautious about all these things and ਉਹ ਆਪਣਾ ਧਿਆਨ ਰੱਖਣ। ਐਂਡ ਬੀਜੀ ਲਾਈਕ ਉਹ ਅੱਗੇ ਆਏ, ਉਹਨਾਂ ਨੇ ਆ ਚੀਜ਼ ਰੱਖੀ ਸਾਰਿਆਂ ਦੇ ਸਾਹਮਣੇ। ਸੀਰੀਅਸਲੀ ਹੈਟਸ ਆਫ ਟੂ ਹਰ। ਮੈਂ ਤਾਂ ਉਹਨਾਂ ਨੂੰ ਤਾਂ ਵੀ ਕਿਹਾ ਸੀਗਾ, ਇਫ ਯੂ ਆਰ ਨਾਟ ਫੀਲਿੰਗ ਕੰਫਰਟੇਬਲ, ਤੁਹਾਨੂੰ ਕੁਝ ਵੀ ਲੱਗਦਾ ਆਪਾਂ ਗੱਲ ਕਰਾਂਗੇ, ਬਟ ਆਮ ਸੋ ਹੈਪੀ, ਆਮ ਸੋ ਪ੍ਰਾਊਡ ਬਹੁਤ ਸਾਰੀਆਂ ਗੱਲਾਂ ਕੀਤੀਆਂ ਉਹਨਾਂ ਨੇ, ਦੱਸਿਆ ਹੋਇਆ ਕੀ ਸੀ। ਪਰ ਸਾਹਿਲ, ਦੂਜੇ ਪਾਸੇ ਅਸੀਂ ਜਦੋਂ ਗੱਲ ਕਰਦੇ ਹਾਂ, ਉਹ ਦੇ ਕੇ ਵੀ ਗਏ ਸੀ ਇੱਕ ਚੇਨ ਤੇ 골ਡ ਦੀ ਰਿੰਗ ਟਾਈਪ। ਉਹ ਤੁਸੀਂ ਪੁਲਿਸ ਨੂੰ ਕੰਪਲੇਂਟ ਕੀਤੀ, ਕੀ ਦੱਸਦੇ ਹੈਗੇ ਉਹ? ਆਉਣ ਵਾਲੇ ਸਮੇਂ 'ਚ ਦੱਸਣਗੇ ਕੁਝ? ਹਾਂਜੀ, ਆਪਾਂ ਉਹਨਾਂ ਨੂੰ ਇਨਫੋਰਮ ਕੀਤਾ ਤੇ ਉੱਥੋਂ ਜਦੋਂ ਆਨਸਰ ਮਿਲਿਆ ਦੈਨ ਨਥਿੰਗ ਵਾਸ ਕਲੀਅਰ। ਉਹਨਾਂ ਨੇ ਆਹੀ ਚੀਜ਼ ਕਹੀ ਕਿ ਵੀ ਵਿਲ ਟਰਾਈ ਟੂ ਹੈਲਪ ਯੂ ਆਊਟ, ਵੀ ਆਰ ਲੁਕਿੰਗ ਇਨਟੂ ਦਿਸ। ਬਟ ਉਹ ਕੁਝ ਸਮਝ ਨਹੀਂ ਆਇਆ ਕਿ ਕਿੱਦਾਂ ਦਾ ਉਹ ਗਰੁੱਪ ਹੈਗਾ ਐਂਡ ਵਾਟ ਦੇ ਆਰ ਟਰਾਈਂਗ ਟੂ ਡੂ, ਐਂਡ ਕਿਹਨਾਂ ਨਾਲ ਹੋਰ ਵੀ ਆ ਇੰਸੀਡੈਂਟ ਹੋਇਆ, ਐਂਡ ਵਾਟ ਇਜ਼ ਕਰੰਟਲੀ ਹੈਪਨਿੰਗ, ਕਿ ਬਈ ਪੁਲਿਸ ਕੀ ਕਰ ਰਹੀ ਹੈ, ਕੀ ਐਕਸ਼ਨ ਲੈ ਰਹੀ ਆ। ਇਟਸ ਨਾਟ ਕਲੀਅਰ। ਇਸ ਚੀਜ਼ ਦਾ ਕੋਈ ਆਈਡੀਆ ਨਹੀਂ ਲੱਭਾ ਐਂਡ ਦੇ ਗੇਵ ਦੈਟ ਫੇਕ ਥਿੰਗ ਇਨ ਹਰ ਹੈਂਡਸ ਐਂਡ ਉਹਨਾਂ ਨੂੰ ਕੁਝ ਸਮਝ ਹੀ ਨਹੀਂ ਆਇਆ ਕਿ ਕੀ ਹੋਇਆ, ਬਿਕੋਜ਼ ਉਹ ਇੰਨੀ ਚਲਾਕੀ, ਇੰਨੀ ਚੁਸਤੀ ਸੀਗੀ ਉਹਨਾਂ 'ਚ, ਐਂਡ ਉਹਨਾਂ ਨੇ ਬਹੁਤ ਫਾਸਟਲੀ ਸਾਰਾ ਕੁਝ ਕੀਤਾ ਐਂਡ ਸ਼ੀ ਡਿਡਨਟ ਇਵਨ ਰਿਅਲਾਈਜ਼ ਕਿ ਇਨ ਅ ਸੈਕਿੰਡ ਕੀ ਸਾਰਾ ਕੁਝ ਚੇਂਜ ਹੋ ਗਿਆ ਐਂਡ ਵਾਟ ਹੈਪਨਡ। ਬਹੁਤ ਵਧੀਆ ਲੱਗਾ ਕਿ ਤੁਸੀਂ ਆਪਣੇ ਗ੍ਰੈਂਡ ਪੇਰੈਂਟਸ ਦੀ ਇੰਨੀ ਕੇਅਰ ਕਰ ਰਹੇ ਹੋ, ਤੁਸੀਂ ਉਹਨਾਂ ਦੇ ਬਾਰੇ ਫਿਕਰਮੰਦ ਹੋ। ਪਰ ਮੈਨੂੰ ਬੜਾ ਚੰਗਾ ਲੱਗਾ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਸੀ, ਜੇ ਤੁਸੀਂ ਕੰਫਰਟੇਬਲ ਨਹੀਂ ਤੇ ਅਸੀਂ ਫੈਮਿਲੀ ਨਾਲ ਗੱਲ ਕਰ ਲੈਂਦੇ ਹਾਂ। ਪਰ ਉਹਨਾਂ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਸੀ ਕਿ ਬਹੁਤ ਸੋਹਣਾ ਮੁਲਕ ਆ। ਮੈਂ ਪਹਿਲਾਂ ਵੀ ਆਈ ਸੀ, ਪਰ ਉਹ ਕਹਿੰਦੇ ਕਿ ਮੈਂ ਸੋਚਿਆ ਨਹੀਂ ਸੀ ਕਿ ਅਸੀਂ ਪੰਜਾਬ 'ਚ ਸੁਣਦੇ ਸੀ, ਅਸੀਂ ਭਾਰਤ 'ਚ ਸੁਣਦੇ ਸੀ ਕਿ ਲੁੱਟਾਂ ਖੋਹਾਂ ਹੋ ਜਾਂਦੀਆਂ ਆ, ਗਹਿਣੇ ਗੱਟੇ ਲੋਕੀ ਖੋਹ ਕੇ ਲੈ ਜਾਂਦੇ। ਕਹਿੰਦੇ ਮੈਂ ਇੱਥੇ ਕਦੀ ਸੋਚਿਆ ਨਹੀਂ ਸੀ। ਪਰ ਸਾਹਿਲ, ਟੂ ਬੀ ਓਨੈਸਟ, ਮੈਂ ਇੰਨੇ ਟਾਈਮ ਤੋਂ ਇੱਥੇ ਰਹਿ ਰਹੀ ਹਾਂ, 30-32 ਸਾਲ ਤੋਂ, ਮੈਂ ਵੀ ਪਹਿਲੀ ਵਾਰੀ ਇੰਝ ਸੁਣਿਆ ਕਿ ਕੋਈ ਤੁਹਾਨੂੰ ਆਉਂਦਾ ਆ, ਅਣਜਾਣ ਬੰਦਾ, ਕੋਈ ਲੇਡੀ ਆਉਂਦੀ ਆ, ਉਹ ਤੁਹਾਡੀਆਂ ਇਸ ਤਰ੍ਹਾਂ ਤੁਹਾਡੇ ਹੱਥ 'ਚੋਂ ਚੂੜੀਆਂ ਲੁਹਾ ਕੇ ਲੈ ਗਈ। ਮੇਰੇ ਲਈ ਵੀ ਬੜਾ ਸ਼ੌਕਿੰਗ ਸੀ। ਪਰ ਥੈਂਕ ਯੂ ਤੁਹਾਡਾ ਤੇ ਸਾਰੀ ਫੈਮਿਲੀ ਦਾ ਕਿ ਤੁਸੀਂ ਇੰਨੇ ਨਾਈਸ ਵੇ ਦੇ ਨਾਲ ਤੁਸੀਂ ਇੱਕ ਅਵੇਅਰਨੈਸ ਵੀ ਲੋਕਾਂ ਨੂੰ ਦੇ ਰਹੇ ਹੋ, ਔਰ ਤੁਸੀਂ ਬੀਜੀ ਹੋਣਾ ਨੂੰ ਵੀ ਬੜਾ ਚੰਗੇ ਤਰੀਕੇ ਦੇ ਨਾਲ ਤੁਸੀਂ ਉਹਨਾਂ ਨੂੰ ਸਾਂਭਿਆ ਕਿ ਉਹ ਇਹਨੂੰ ਲੈ ਕੇ ਫਿਕਰਮੰਦ ਨਾ ਹੋਣ। ਕਿਉਂਕਿ ਸਾਡੇ ਬਜ਼ੁਰਗ ਜਿਹੜੇ ਆ ਸਾਹਿਲ, ਉਹ ਸੋਨੇ ਨੂੰ ਲੈ ਕੇ ਕਿਤੇ ਨਾ ਕਿਤੇ ਹੋ ਜਾਂਦੇ ਕਿ ਇਹ ਮਹਿੰਗਾ ਆ। ਪਰ ਆਪਣੀ ਸੋਚ ਹੋ ਰਿਹਾ, ਆਪਾਂ ਹੁਣ ਦੇ ਜ਼ਮਾਨੇ ਦੇ ਹਿਸਾਬ ਨਾਲ ਸੋਚੀਏ,
ਆਪਾਂ ਕਹਿੰਦੇ ਆ ਚੀਜ਼ਾਂ ਤਾਂ ਬਣ ਜਾਣੀਆਂ, ਪਰ ਜਿਹੜੇ ਸਾਡੇ ਬਜ਼ੁਰਗ ਆ ਨਾ, ਇਹੀ ਸਾਡੇ ਲਈ ਖਜ਼ਾਨਾ ਆ, ਕਿਉਂਕਿ ਆਪਾਂ ਵਾਹਿਗੁਰੂ ਦਾ ਸ਼ੁਕਰ ਕਰਦੇ ਆ ਕਿ ਇਹਨਾਂ ਦੇ ਕੋਈ ਸੱਟ ਪੇਟ ਨਹੀਂ ਉੱਥੇ ਲੱਗੀ। ਸੋ ਥੈਂਕ ਯੂ ਤੁਹਾਡਾ ਕਿ ਤੁਸੀਂ ਬਹੁਤ ਵਧੀਆ ਮੈਸੇਜ ਦਿੱਤਾ। ਪਰ ਮੈਂ ਫਿਰ ਚਾਹੂੰਗੀ ਕਿ ਕਮਿਊਨਿਟੀ ਨੂੰ ਕਿਹੜਾ ਮੈਸੇਜ ਆ, ਜਿਹੜੇ ਬੀਜੀ ਵਰਗੇ ਹੋਰ ਸਾਡੇ ਗ੍ਰੈਂਡ ਪੇਰੈਂਟਸ ਆ ਜਿਹੜੇ ਗੁਰਦੁਆਰਾ ਸਾਹਿਬ ਜਾਂਦੇ ਆ ਜਾਂ ਸ਼ਾਮੀ ਸੈਰ ਕਰਨ ਜਾਂਦੇ ਹੈਗੇ, ਕੀ ਮੈਸੇਜ ਤੁਸੀਂ ਆਪਣੇ ਵੱਲੋਂ ਦਿਓਗੇ? ਮੇਰਾ ਇੱਕ ਮੈਸੇਜ ਜਿਹੜਾ ਸਾਰਿਆਂ ਲਈ ਹੋਣਾ, ਐਂਡ एवरीवन ਆਊਟ देयर, ਕਿ ਸਾਡੀ ਬੀਜੀ ਨਾਲ ਇਦਾਂ ਹੋਇਆ ਐਂਡ ਇਟ ਵਾਸ ਵੈਰੀ ਸ਼ੌਕਿੰਗ। ਇੱਥੇ ਕਦੇ ਵੀ ਐਕਸਪੈਕਟਡ ਨਹੀਂ ਸੀਗਾ ਕਿ ਇਦਾਂ ਦੀ ਕੋਈ ਚੀਜ਼ ਹੋ ਸਕਦੀ ਆ, ਬਟ ਸਟਿਲ ਐਟ ਦੀ ਐਂਡ ਆਫ ਦ ਡੇ ਆਰ ਲਾਈਵਸ ਆਰ ਮੋਰ ਇੰਪੋਰਟੈਂਟ। ਆ ਚੀਜ਼ਾਂ ਸਹੀ ਗੱਲ ਆ, ਫਿਰ ਬਣ ਜਾਣੀਆਂ ਨੇ, ਸਾਰਾ ਕੁਝ ਹੋ ਜਾਣਾ, ਬਟ ਉਹਨਾਂ ਨੂੰ ਕੋਈ ਹਾਰਮ ਨਾ ਹੋਵੇ, ਉਹਨਾਂ ਨਾਲ ਕੁਝ ਵੀ ਇਦਾਂ ਦਾ ਨਾ ਹੋਵੇ ਜਿਹੜੀ ਚੀਜ਼ ਫਿਰ ਵਾਪਸ ਮੁੜ ਕੇ ਨਾ ਆ ਸਕੇ। ਸੋ ਇਟਸ ਸਟਿਲ ਫਾਈਨ, ਬਟ ਸਟਿਲ ਸਟੇ ਸੇਫ ਐਂਡ ਆਪਣਾ ਧਿਆਨ ਰੱਖੋ ਹਰ ਚੀਜ਼ ਦਾ। ਐਂਡ ਕੋਵਿਡ ਦਾ ਵੀ ਟਾਈਮ ਹੈਗਾ, ਕਿਸੇ ਦੇ ਨਾਲ ਉੱਦਾਂ ਨੇੜੇ ਜਾਣ ਦੀ ਵੀ ਲੋੜ ਨਹੀਂ, ਐਂਡ ਹਰ ਚੀਜ਼ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਐਂਡ ਆਰ ਲਾਈਫ ਇਜ਼ ਮੋਰ ਇੰਪੋਰਟੈਂਟ ਦੈਨ ਥੀਸ ਥਿੰਗਸ। ਆ ਫਿਰ ਬਣ ਸਕਦੀਆਂ ਨੇ, ਬਟ ਲਾਈਫ ਸਭ ਤੋਂ ਜ਼ਿਆਦਾ ਜ਼ਰੂਰੀ ਹੈ।